ਅੱਜ ਦਾ ਸਾਡਾ ਟੌਪਿਕ ਹੈ ਪ੍ਰਿੰਸੀਪਲਸ ਆਫ ਮਾਈਕਰੋਇਕਨੋਮਿਕਸ ਦਾ ਯੂਨਿਟ 1 ਦਾ ਬਲੌਕ 1 ਦਾ ਯੂਨਿਟ 2 ਇਹਦੇ ਵਿੱਚ ਆਪਾਂ ਕਰਾਂਗੇ ਮੋਨੋਪੋਲਿਸਟਿਕ ਕੰਪੀਟੀਸ਼ਨ ਪ੍ਰਾਈਸ ਐਂਡ ਆਊਟਪੁੱਟ ਡਿਸੀਜਨਸ ਕਿ ਕਿਸ ਤਰ੍ਹਾਂ ਅਸੀਂ ਜਿਹੜੇ ਆਪਣੀ ਮਾਰਕੀਟ ਸਟਰਕਚਰ ਆ ਉਹਦੇ ਵਿੱਚ ਆਪਾਂ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜੇ ਡਿਫਰੈਂਟ ਫਰਮਸ ਨੇ ਉਹ ਕਿੱਦਾਂ ਪ੍ਰਾਈਸ ਸੈੱਟ ਕਰਦੀਆਂ ਨੇ ਤੇ ਆਊਟਪੁੱਟ ਸੈੱਟ ਕਰਦੀਆਂ ਨੇ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਆਪਣੇ ਬਾਜ਼ਾਰ ਦੀ ਕਿਹੜੀ ਅਵਸਥਾ ਹੈ। ਮੋਨੋਪੋਲਿਸਟਿਕ ਕੰਪੀਟੀਸ਼ਨ ਮਾਰਕੀਟ ਸਟਰਕਚਰ ਦਾ ਉਹ ਸਿਚੁਏਸ਼ਨ ਹੈ ਜਿਹਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰ ਪਾਏ ਜਾਂਦੇ ਨੇ ਤੇ ਜਿਨ੍ਹਾਂ ਦੇ ਵਿੱਚ ਮੋਸਟਲੀ ਕੀ ਹੁੰਦਾ ਪ੍ਰੋਡਕਟ ਡਿਫਰੈਂਸ਼ੀਏਟ ਹੁੰਦਾ, ਜਿਹੜੇ ਪ੍ਰੋਡਕਟਸ ਨੇ ਉਹ ਡਿਫਰੈਂਟ ਹੁੰਦੇ ਨੇ। ਮਾਰਕੀਟ ਸਟਰਕਚਰਸ ਦੇ ਵਿੱਚ ਮੇਨ 5 ਟਾਈਪਸ ਆਫ ਮਾਰਕੀਟਸ ਹੁੰਦੀਆਂ ਨੇ, ਜਿਹਦੇ ਵਿੱਚੋਂ ਫਰਸਟ ਸੀਗੀ ਪਰਫੈਕਟ ਕੰਪੀਟੀਸ਼ਨ ਐਂਡ ਸੈਕੰਡ ਸੀਗੀ ਆਪਣੀ ਮੋਨੋਪੋਲੀ ਐਂਡ ਥਰਡ ਹੈ ਆਪਣੀ ਮੋਨੋਪੋਲਿਸਟਿਕ ਕੰਪੀਟੀਸ਼ਨ ਐਂਡ ਫੋਰਥ ਹੈ ਆਪਣੀ ਓਲੀਗੋਪੋਲੀ ਐਂਡ ਡਿਓਪੋਲੀ, ਫਿਫਥ। ਤੇ ਅੱਜ ਅਸੀਂ ਕਰਾਂਗੇ ਮੋਨੋਪੋਲਿਸਟਿਕ ਕੰਪੀਟੀਸ਼ਨ ਕਿ ਇਸ ਜਿਹੜੀ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜੀ ਪ੍ਰਾਈਸ ਹੈ ਉਹਨੂੰ ਕਿੱਦਾਂ ਡਿਟਰਮੀਨੇਸ਼ਨ ਹੁੰਦੀ ਹੈ, ਆਊਟਪੁੱਟ ਡਿਸੀਜਨਸ ਕਿੱਦਾਂ ਲਿੱਤੇ ਜਾਂਦੇ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਹੈ ਕੀ, ਮੋਨੋਪੋਲਿਸਟਿਕ ਕੰਪੀਟੀਸ਼ਨਸ ਦੇ ਫੀਚਰਸ ਕੀ ਨੇ, ਮੋਨੋਪੋਲਿਸਟਿਕ ਕੰਪੀਟੀਸ਼ਨ ਦਾ ਮੀਨਿੰਗ ਕੀ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਕਿ ਵਾਟ ਇਜ਼ ਦਾ ਮੋਨੋਪੋਲਿਸਟਿਕ ਕੰਪੀਟੀਸ਼ਨਸ। ਕਹਿੰਦੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕੀ ਹੁੰਦਾ, ਬਹੁਤ ਸਾਰੀਆਂ ਫਰਮਾਂ ਹੁੰਦੀਆਂ ਨੇ ਤੇ ਲਾਰਜ ਨੰਬਰ ਆਫ ਸੈਲਰਸ ਤੇ ਬਾਇਰਸ ਦੋਵੇਂ ਹੁੰਦੇ ਨੇ, ਠੀਕ ਹੈ। ਤੇ ਜਿਹੜੇ ਉਹਨਾਂ ਦੇ ਪ੍ਰੋਡਕਟਸ ਹੁੰਦੇ ਨੇ ਜਿਨ੍ਹਾਂ ਨੂੰ ਉਹ ਪ੍ਰੋਡਿਊਸ ਕਰਦੇ ਨੇ ਉਹਨਾਂ ਦੇ ਪ੍ਰੋਡਕਟਸ ਕੀ ਹੁੰਦੇ ਨੇ, ਮੋਸਟਲੀ ਕਲੋਜ਼ ਸਬਸਟੀਟਿਊਸ਼ਨਸ ਹੁੰਦੇ ਨੇ, ਉਹ ਡਿਫਰੈਂਟ ਹੁੰਦੇ ਨੇ ਇੱਕ ਦੂਸਰੇ ਤੋਂ ਬ੍ਰਾਂਡ, ਸਾਈਜ਼, ਇਨਗਰੀਡੀਐਂਟਸ ਦੇ ਬੇਸ ਤੇ, ਠੀਕ ਹੈ। ਤੇ ਉਹਨਾਂ ਦਾ ਪ੍ਰਾਈਸ ਹੁੰਦਾ ਉਹ ਵੀ ਕਿੰਨਾ ਹਰ ਇੱਕ ਫਰਮ ਆਪਣੇ ਅਕੋਰਡਿੰਗ ਸੈੱਟ ਕਰਦੀ ਆ, ਲੇਕਿਨ ਫਰਮ ਆਪਣੇ ਅਕੋਰਡਿੰਗ ਉਹਨਾਂ ਦਾ ਜਿਹੜਾ ਪ੍ਰਾਈਸ ਹੈ ਜ਼ਿਆਦਾ ਇੰਕਰੀਜ਼ ਡਿਕਰੀਜ਼ ਨਹੀਂ ਕਰ ਸਕਦੀ ਕਿਉਂਕਿ ਕਲੋਜ਼ ਸਬਸਟੀਟਿਊਸ਼ਨਸ ਹੋਣ ਦੇ ਕਰਕੇ ਫਿਰ ਜਿਹੜੇ ਕਸਟਮਰਸ ਨੇ ਉਹ ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਘਟਾ ਦਿੰਦੇ ਨੇ ਤੇ ਜਿਹੜੇ ਦੂਸਰੇ ਕਲੋਜ਼ ਸਬਸਟੀਟਿਊਸ਼ਨਸ ਪ੍ਰੋਡਕਟਸ ਨੇ ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਕੀ ਕਰ ਦਿੰਦੇ ਨੇ, ਇਨਕਰੀਜ਼ ਕਰ ਦਿੰਦੇ ਨੇ। ਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਫੀਚਰਸ ਕੀ ਨੇ, ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਲਾਰਜ ਨੰਬਰ ਆਫ ਸੈਲਰਸ। ਜਿਹੜੇ ਸੈਲਰਸ ਨੇ ਬਹੁਤ ਸਾਰੇ ਨੇ, ਪ੍ਰੋਡਿਊਸਰਸ ਤੇ ਫਰਮਸ ਬਹੁਤ ਸਾਰੀਆਂ ਪਾਈ ਜਾਂਦੀਆਂ ਨੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ। ਤੇ ਦੂਸਰਾ ਹੈ ਪ੍ਰੋਡਕਟ ਡਿਫਰੈਂਸ਼ੀਏਟ। ਤੇ ਜਿੰਨੀਆਂ ਵੀ ਮੋਨੋਪੋਲਿਸਟਿਕ ਕੰਪੀਟੀਸ਼ਨਸ ਦੇ ਵਿੱਚ ਫਰਮਸ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਉਹ ਕੀ ਹੁੰਦੇ ਨੇ, ਡਿਫਰੈਂਟ ਹੁੰਦੇ ਨੇ। ਪ੍ਰੋਡਕਟਸ ਇੱਕ ਦੂਸਰੇ ਤੋਂ ਡਿਫਰੈਂਟ ਹੁੰਦੇ ਨੇ, ਕਿਸ ਬੇਸ ਤੇ ਡਿਫਰੈਂਟ ਹੁੰਦੇ ਨੇ, ਉਹਨਾਂ ਦੀ ਸ਼ੇਪ ਡਿਫਰੈਂਟ ਹੁੰਦੀ ਆ, ਉਹਨਾਂ ਦਾ ਸਾਈਜ਼ ਡਿਫਰੈਂਟ ਹੁੰਦਾ, ਉਹਨਾਂ ਦੇ ਜਿਹੜੇ ਇਨਗਰੀਡੀਐਂਟਸ ਨੇ ਉਹ ਡਿਫਰੈਂਟ ਹੁੰਦੇ ਨੇ, ਠੀਕ ਹੈ। ਤੇ ਉਹਨਾਂ ਦੇ ਬ੍ਰਾਂਡ ਨੇਮ ਹੋ ਗਏ ਤੇ ਉਹਨਾਂ ਦੇ ਆਪਣੇ ਪੈਕਿੰਗ ਹੋ ਗਈ, ਇਹ ਯੂਜ਼ਸ ਹੋ ਗਏ, ਉਹ ਸਭ ਕੁਝ ਕੀ ਹੁੰਦੇ ਨੇ, ਡਿਫਰੈਂਟ ਹੁੰਦੇ ਨੇ। ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਸੋਪ ਦੀ ਐਗਜ਼ਾਮਪਲ ਲੈ ਸਕਦੇ ਹਾਂ। ਮਾਰਕੀਟ ਦੇ ਵਿੱਚ ਜਿਹੜੇ ਡਿਫਰੈਂਟ ਟਾਈਪਸ ਆਫ ਸੋਪ ਜਿਹੜੇ ਆਪਾਂ ਬਾਏ ਕਰਦੇ ਹਾਂ, ਸੋਪ ਦਾ ਕੀ ਹੁੰਦਾ, ਨੇਮ ਸਭ ਤੋਂ ਪਹਿਲਾਂ ਡਿਫਰੈਂਟ ਹੁੰਦੇ ਨੇ। ਜਿਵੇਂ ਕਿ ਨਹਾਣੇ ਵਾਲਾ ਬਾਥ ਸੋਪ ਹੈ, ਦੇਖੋ ਤੁਸੀਂ ਉਹਨਾਂ ਦੇ ਨੇਮਸ ਕਿਹੜੇ ਬ੍ਰਾਂਡ ਤੇ ਆਉਂਦੇ ਨੇ, ਕਿਹੜੀ ਵੈਰਾਈਟੀ ਆਉਂਦੀ ਆ, ਕੁਆਲਿਟੀ ਜਿਵੇਂ ਕਿ ਲਕਸ ਹੋ ਗਿਆ, ਬ੍ਰੀਜ਼ ਹੋ ਗਿਆ, ਗੋਦਰੇਜ ਹੋ ਗਿਆ, ਲਾਈਫ ਬॉय ਹੋ ਗਿਆ ਤੇ ਆਪਣਾ ਡੈਟੋਲ ਹੋ ਗਿਆ, ਨੰਬਰ 1 ਹੋ ਗਿਆ, ਲਕਸ ਹੋ ਗਿਆ, ਠੀਕ ਹੈ। ਇਹ ਸਾਰੇ ਤੇਰੇ ਡਿਫਰੈਂਟ ਟਾਈਪਸ ਨੇ ਤੇ ਲੇਕਿਨ ਇਹਨਾਂ ਦੇ ਯੂਜ਼ਸ ਕੀ ਨੇ, ਆਪਾਂ ਇਹਨਾਂ ਨੂੰ ਨਹਾਉਣ ਦੇ ਲਈ ਯੂਜ਼ ਕਰਦੇ ਆ ਤੇ ਇਹਨਾਂ ਦੇ ਆਪਸ ਦੇ ਵਿੱਚ ਕ੍ਰੋਸ ਸਬਸਟੀਟਿਊਸ਼ਨਸ ਨੇ। ਅਗਰ ਆਪਾਂ ਇੱਕ ਸੋਪ ਯੂਜ਼ ਨਹੀਂ ਕਰਦੇ ਤਾਂ ਉਹਦੀ ਜਗ੍ਹਾ ਤੇ ਆਪਾਂ ਇੱਕ ਨੂੰ ਛੱਡ ਕੇ ਦੂਸਰਾ ਸੋਪ ਲੈ ਲੈਂਦੇ ਆ। ਐਵੇਂ ਟੂਥਪੇਸਟ ਦੀ ਐਗਜ਼ਾਮਪਲਸ ਨੇ, ਐਵੇਂ ਕੋਲਡ ਡਰਿੰਕਸ ਦੀਆਂ ਐਗਜ਼ਾਮਪਲਸ ਨੇ ਕਿ ਡਿਫਰੈਂਟ ਟਾਈਪਸ ਆਫ ਕੋਲਡ ਡਰਿੰਕਸ ਨੇ, ਮਾਜ਼ਾ ਹੋ ਗਿਆ, ਫੈਂਟਾ ਹੋ ਗਿਆ, ਕੋਕ ਹੋ ਗਿਆ, ਲਿਮਕਾ ਹੋ ਗਿਆ, ਠੀਕ ਹੈ। ਤੇ ਆਪਾਂ ਇਹਨਾਂ ਨੂੰ ਇੱਕ ਦੂਸਰੇ ਦੀ ਜਗ੍ਹਾ ਤੇ ਯੂਜ਼ ਕਰਦੇ ਤੇ ਇਹਨਾਂ ਦੇ ਬ੍ਰਾਂਡ, ਕਲਰਸ, ਪੈਕਿੰਗ ਡਿਫਰੈਂਟ ਹੁੰਦੀ ਹੈ। ਤੇ ਦੂਸਰਾ ਹੋ ਗਿਆ ਫਰੀडम ਆਫ ਐਂਟਰੀ ਐਂਡ ਪਰਚੇਸ, ਕਿ ਹੈ ਜੋ ਆਪਣਾ ਮੋਨੋਪੋਲਿਸਟਿਕ ਕੰਪੀਟੀਸ਼ਨ ਹੈ ਉਹਦੇ ਵਿੱਚ ਜਿਹੜੀ ਆਪਣੀ ਐਂਟਰੀ ਹੈ ਡਿਫਰੈਂਟ ਫਰਮਸ ਦੀ, ਉਹਨਾਂ ਦੀ ਐਂਟਰੀ ਤੇ ਕੀ ਹੁੰਦੀ ਹੈ, ਰੋਕ ਹੁੰਦੀ ਹੈ। ਕੋਈ ਵੀ ਨਿਊ ਫਰਮ ਹੈ ਜਿਹੜੀ ਐਂਟਰੀ ਤੇ ਰੋਕ ਨਹੀਂ ਹੈਗੀ, ਫਰੀडम ਹੈ। ਕੋਈ ਵੀ ਨਿਊ ਜਿਹੜੀ ਫਰਮ ਆ ਉਹ ਈਜ਼ੀਲੀ ਐਂਟਰ ਕਰ ਸਕਦੀ ਹੈ ਤੇ ਜਿਹੜੀ ਆਪਣੀ ਪੁਰਾਣੀ ਫਰਮ ਹੈ ਉਹ ਛੱਡ ਕੇ ਜਾ ਸਕਦੀ ਹੈ। ਕੋਈ ਵੀ ਨਿਊ ਫਰਮ ਕਦੋਂ ਐਂਟਰ ਕਰੇਗੀ, ਉਹ ਉਦੋਂ ਮਾਰਕੀਟ ਦੇ ਵਿੱਚ ਐਂਟਰ ਕਰੇਗੀ ਜਦੋਂ ਜਿਹੜੀਆਂ ਫਰਮਸ ਨੇ ਉਹਨਾਂ ਨੂੰ ਸੁਪਰ ਨਾਰਮਲ ਪ੍ਰੋਫਿਟ ਕਰੇਗਾ। ਤਾਂ ਸੁਪਰ ਨਾਰਮਲ ਪ੍ਰੋਫਿਟ ਲੈਣ ਦੇ ਲਈ ਉਹ ਕੀ ਕਰਨਗੀਆਂ, ਮਾਰਕੀਟ ਦੇ ਵਿੱਚ ਆਉਣਗੀਆਂ ਤੇ ਉਸੇ ਤਰ੍ਹਾਂ ਦਾ ਜਿਹੜਾ ਹੈ ਗੁੱਡ ਪ੍ਰੋਡਿਊਸ ਕਰਨਗੀਆਂ ਜਿਸ ਦੇ ਥਰੂ ਕਿ ਆਪਣਾ ਫਿਰ ਨਾਰਮਲ ਪ੍ਰੋਫਿਟ ਆ ਜਾਏਗਾ। ਅਗਰ ਮਾਰਕੀਟ ਦੇ ਵਿੱਚ ਲਾਸ ਹੋ ਰਿਹਾ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਤਾਂ ਜਿਹੜੀਆਂ ਪਹਿਲਾਂ ਵਾਲੀਆਂ ਫਰਮਸ ਨੇ ਉਹ ਆਪਣੀ ਮਾਰਕੀਟ ਨੂੰ ਛੱਡ ਕੇ ਜਾ ਸਕਦੀਆਂ ਨੇ, ਉਹਨਾਂ ਨੂੰ ਫਰੀडम ਹੈ, ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈਗੀ। ਉਸ ਤੋਂ ਬਾਅਦ ਹੈ ਸੈਲਿੰਗ ਕਾਸਟ। ਸੈਲਿੰਗ ਕਾਸਟ ਮੀਨਸ ਜਦੋਂ ਇੱਕ ਤਾਂ ਹੁੰਦੀ ਆ ਪ੍ਰੋਡਕਸ਼ਨ ਕਾਸਟ, ਇੱਕ ਹੁੰਦੀ ਹੈ ਸੈਲਿੰਗ ਕਾਸਟ। ਪ੍ਰੋਡਕਸ਼ਨ ਕਾਸਟ ਕਿਹੜੀ ਹੁੰਦੀ ਹੈ, ਜਿਹੜੀ ਗੁੱਡਸ ਦੀ ਪ੍ਰੋਡਕਸ਼ਨ ਦੀ ਹੁੰਦੀ ਹੈ, ਜਿਹਦੇ ਥਰੂ ਆਪਾਂ ਕੀ ਕਰਦੇ ਹਾਂ, ਜਿਹਦਾ ਮੇਨ ਮੋਟਿਵ ਹੁੰਦਾ ਗੁੱਡਸ ਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਫੈਕਟਰ ਆਫ
ਪ੍ਰੋਡਕਸ਼ਨਸ ਨੂੰ ਯੂਜ਼ ਕਰਦੇ ਆ, ਲੈਂਡ ਲੇਬਰ ਕੈਪੀਟਲ ਤੇ ਉਹਨਾਂ ਦੇ ਥਰੂ ਕੀ ਕਰਦੇ ਆ, ਗੁੱਡਸ ਦੀ ਪ੍ਰੋਡਕਸ਼ਨ ਕਰਦੇ ਆ। ਤੇ ਇਹਨਾਂ ਦਾ ਮੇਨ ਮੋਟਿਵ ਗੁੱਡਸ ਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੁੰਦਾ ਹੈ ਤੇ ਉਸ ਤੋਂ ਬਾਅਦ ਜੋ ਪ੍ਰੋਡਕਸ਼ਨ ਨੂੰ ਆਪਾਂ ਜਦੋਂ ਮਾਰਕੀਟ ਦੇ ਵਿੱਚ ਲੈ ਕੇ ਆਉਣਾ, ਉਹਨੂੰ ਸੇਲ ਕਰਨਾ ਹੈ, ਉਹਦੀ ਪ੍ਰਮੋਸ਼ਨ ਕਰਨੀ ਹੈ, ਉਹਦੀ ਐਡਵਰਟਾਈਜ਼ਮੈਂਟ ਕਰਨੀ ਹੈ, ਠੀਕ ਹੈ। ਉਹਦੇ ਉੱਪਰ ਜੋ ਵੀ ਖਰਚਾ ਆਉਂਦਾ ਹੈ ਉਹਨੂੰ ਬਾਏ ਕਰਨ ਦੇ ਲਈ, ਆਪਣੇ ਕਸਟਮਰਸ ਨੂੰ ਮੋਟੀਵੇਟ ਕਰਨ ਲਈ, ਤਾਂ ਦਿਸ ਇਜ਼ ਕਾਲਡ ਸੈਲਿੰਗ ਕਾਸਟ। ਜਿਵੇਂ ਕਿ ਐਡਵਰਟਾਈਜ਼ਮੈਂਟ ਕਾਸਟ ਹੋ ਗਈ, ਆਪਾਂ ਕਿਵੇਂ ਐਡਵਰਟਾਈਜ਼ਮੈਂਟ ਦਿੰਦੇ ਆਪਣੇ ਪ੍ਰੋਡਕਟ ਦੀ, ਪੈਂਪਲੇਟਸ ਨਿਊਜ਼ ਦਿੰਦੇ ਹਾਂ, ਠੀਕ ਹੈ, ਨਿਊਜ਼ਪੇਪਰ ਯੂਜ਼ ਕਰਦੇ ਤਾਂ ਜੋ ਸਾਡੇ ਪ੍ਰੋਡਕਟ ਦੀ ਡਿਮਾਂਡ ਵਧੇ। ਤਾਂ ਉੱਪਰ ਵਾਲਾ ਜੋ ਵੀ ਖਰਚਾ ਹੈ ਕਾਸਟ ਨੂੰ ਇਨਕਰੀਜ਼ ਕਰਨ ਦੇ ਲਈ ਕੀਤਾ ਜਾਏਗਾ ਕਿਸੇ ਪ੍ਰੋਡਕਟ ਦੀ, ਤਾਂ ਦੈਟ ਇਜ਼ ਕਾਲਡ ਸੈਲਿੰਗ ਕਾਸਟ। ਤੇ ਉਸ ਤੋਂ ਬਾਅਦ ਹੈ ਐਬਸੈਂਸ ਆਫ ਇੰਟਰਡਿਪੈਂਡੈਂਸ। ਕਹਿੰਦੇ ਇਹਦੇ ਵਿੱਚ ਕੀ ਹੈ, ਜੋ ਡਿਫਰੈਂਟ ਆਪਣੀਆਂ ਫਰਮਸ ਨੇ ਇੱਕ ਮਾਰਕੀਟ ਦੇ ਅੰਦਰ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ, ਉਹਨਾਂ ਦੇ ਵਿੱਚ ਕੀ ਹੁੰਦੀ ਆ, ਇੱਕ ਦੂਸਰੇ ਤੇ ਇੰਡੀਪੈਂਡੈਂਸ ਹੁੰਦੀ ਆ, ਉਹ ਇੱਕ ਦੂਸਰੇ ਤੇ ਡਿਪੈਂਡ ਨਹੀਂ ਕਰਦੀਆਂ, ਉਹਨਾਂ ਦੇ ਵਿੱਚ ਐਬਸੈਂਸ ਹੁੰਦੀ ਆ, ਫਰੀडम ਹੁੰਦੀ ਹੈ ਉਹਨਾਂ ਨੂੰ, ਉਹ ਆਪਣੇ ਜੋ ਪ੍ਰਾਈਸ ਹੈ, ਆਪਣਾ ਇੰਗਰੀਡੀਐਂਟਸ ਹੈ, ਆਪਣੀ ਪੈਕਿੰਗ ਹੈ, ਉਹ ਆਪਣੇ ਅਕੋਰਡਿੰਗਸ ਚੂਜ਼ ਕਰ ਸਕਦੇ। ਤਾਂ ਦੂਸਰੀ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਰॉ ਮਟੀਰੀਅਲ ਵਗੈਰਾ ਦੀ ਵੀ ਡਿਪੈਂਡੈਂਸ ਨਹੀਂ। ਅੱਗੇ ਹੈਗਾ ਟੂ ਡਾਇਮੈਂਸ਼ਨਲ ਕੰਪੀਟੀਸ਼ਨਸ। ਇਹਦੇ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ, ਉਹ ਟੂ ਡਾਇਮੈਂਸ਼ਨਸ ਦੇ ਵਿੱਚ ਵਰਕ ਕਰਦਾ। ਇੱਕ ਤਾਂ ਕੀ ਹੈ, ਜੋ ਆਪਣੇ ਪ੍ਰੋਡਕਟਸ ਪ੍ਰੋਡਿਊਸ ਕੀਤੇ ਜਾਣਗੇ ਮਾਰਕੀਟ ਦੇ ਵਿੱਚ, ਉਹਨਾਂ ਦੇ ਕੀ ਹੁੰਦੇ ਨੇ, ਕ੍ਰੋਸ ਸਬਸਟੀਟਿਊਸ਼ਨਸ ਹੁੰਦੇ ਨੇ। ਤਾਂ ਹਰ ਇੱਕ ਫਰਮ ਨੂੰ ਆਪਣਾ ਜੋ ਪ੍ਰਾਈਸ ਸੈੱਟ ਕਰਨਾ, ਉਹ ਬਾਕੀ ਗੁड्स ਦੇ ਨਜ਼ਦੀਕ ਹੀ ਕਰਨਾ ਪੈਂਦਾ ਹੈ। ਉਹ ਜ਼ਿਆਦਾ ਪ੍ਰਾਈਸਿਸ ਇਨਕਰੀਜ਼ ਜਾਂ ਡਿਕਰੀਜ਼ ਨਹੀਂ ਕਰ ਸਕਦੇ, ਕਿਉਂਕਿ ਇਹਦੇ ਥਰੂ ਉਹਨਾਂ ਨੂੰ ਕੀ ਹੋ ਸਕਦਾ, ਲਾਸ ਹੋ ਸਕਦਾ। ਦੂਸਰਾ ਕੀ ਹੈ ਕਿ ਉਹਨਾਂ ਨੂੰ ਆਪਣੇ ਪ੍ਰੋਡਕਟ, ਕਿਸ ਚੀਜ਼ ਦੀ ਕੰਪੀਟੀਸ਼ਨ ਹੁੰਦੀ ਹੈ, ਉਹਨਾਂ ਨੂੰ ਆਪਣੇ ਪ੍ਰੋਡਕਟ ਦੀ ਸੇਲਸ ਪ੍ਰਮੋਸ਼ਨ ਕਰਨੀ ਹੈ, ਆਪਣੇ ਪ੍ਰੋਡਕਟ ਨੂੰ ਜ਼ਿਆਦਾ ਤੋਂ ਜ਼ਿਆਦਾ ਸੇਲ ਕਰਨਾ ਹੈ, ਕਸਟਮਰਸ ਨੂੰ ਇਹ ਦੱਸਣਾ ਹੈ, ਕਸਟਮਰਸ ਨੂੰ ਮੋਟੀਵੇਟ ਕਰਨਾ ਹੈ ਥਰੂ ਐਡਵਰਟਾਈਜ਼ਮੈਂਟ ਐਂਡ ਪੈਂਪਲੇਟਸ, ਨਿਊਜ਼ਪੇਪਰਸ, ਮੈਗਜ਼ੀਨਸ, ਤਾਂ ਜੋ ਮੇਰੇ ਪ੍ਰੋਡਕਟ ਦੀ ਡਿਮਾਂਡ ਵਧੇ, ਮੇਰਾ ਪ੍ਰੋਡਕਟ ਜ਼ਿਆਦਾ ਸੇਲ ਹੋਵੇ, ਦੂਸਰੇ ਜਿਹੜੇ ਆਪਣੇ ਸੇਲਸਮੈਨ ਨੇ ਉਹਨਾਂ ਦੇ ਪ੍ਰੋਡਕਟਸ ਦੀ ਡਿਮਾਂਡ ਘਟੇ। ਕਿਉਂਕਿ ਪ੍ਰੋਡਕਟ ਡਿਫਰੈਂਸ਼ੀਏਟ ਆ, ਆਪਣੇ ਪ੍ਰੋਡਕਟਸ ਨੂੰ ਡਿਮਾਂਡ ਨੂੰ ਇਨਕਰੀਜ਼ ਕਰਨਾ ਕੀ ਹੁੰਦਾ, ਮੇਨ ਮੋਟਿਵ। ਨੈਕਸਟ ਇਜ਼ ਕਨਸੈਪਟ ਆਫ ਗਰੋਥ। ਜਿਵੇਂ ਕਿ ਤੁਸੀਂ ਦੇਖੀ ਹੈ ਕਿ ਮੋਨੋਪੋਲੀ ਦੇ ਵਿੱਚ ਕੀ ਹੁੰਦੀ ਹੈ, ਇੱਕੋ ਫਰਮ ਹੁੰਦੀ ਆ, ਤੇ ਉਹੀ ਕੀ ਹੁੰਦੀ ਹੈ, ਇੰਡਸਟਰੀ ਹੁੰਦੀ ਆ। ਤੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇੱਕ ਗਰੁੱਪ ਆਫ ਫਰਮਸ ਮਿਲ ਕੇ ਕੀ ਬਣਾਉਂਦਾ, ਇੱਕ ਇੰਡਸਟਰੀ ਬਣਾਉਂਦਾ ਹੈ। ਮੀਨਸ ਇੱਕ ਇੰਡਸਟਰੀ ਦੇ ਵਿੱਚ ਡਿਫਰੈਂਟ ਜਿਹੜੀਆਂ ਲਾਰਜ ਨੰਬਰ ਆਫ ਫਰਮਸ ਹੁੰਦੀਆਂ ਨੇ ਇਨ ਪਰਫੈਕਟ ਕੰਪੀਟੀਸ਼ਨ ਦੇ ਵਿੱਚ। ਲੇਕਿਨ ਆਪਣੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕੀ ਹੁੰਦਾ, ਕੁਝ ਫਰਮਾਂ, ਲਾਰਜ ਨੰਬਰ ਆਫ ਜਿਹੜੀਆਂ ਫਰਮਸ ਨੇ, ਕੁਝ ਫਰਮਾਂ ਮਿਲ ਕੇ ਕੀ ਬਣਾਉਂਦੀਆਂ ਨੇ, ਇੱਕ ਗਰੁੱਪ ਬਣਾਉਂਦੀਆਂ ਨੇ। ਇੱਥੇ ਇੰਡਸਟਰੀ ਦੀ ਜਗ੍ਹਾ ਤੇ ਗਰੁੱਪ ਵਰਡ ਨੂੰ ਯੂਜ਼ ਕੀਤਾ ਗਿਆ। ਦਿਸ ਇਜ਼ ਅ ਗਰੁੱਪ ਆਫ ਫਰਮਸ, group of firms which produce soap, group of firms which produce Colgate, group of firms which produce cold drinks, ठीक है। That means जो different अपने different types of firms ने वो मिलके की बनाਉਂਦੀਆਂ ਨੇ, group ਬਣਾਉਂਦੀਆਂ ਨੇ, ਜਿਹਨੂੰ ਆਪਾਂ ਇੰਡਸਟਰੀ ਨਹੀਂ ਬੋਲਾਂਗੇ, a group ਬੋਲਾਂਗੇ, a group of different firms। ਤੇ ਉਸ ਤੋਂ ਬਾਅਦ ਹੈ ਸਾਡਾ falling demand curve। ਜਿਹੜੀ ਆਪਣੀ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਹੁੰਦੀ ਆ, ਉਹਦੀ ਜਿਹੜੀ ਡਿਮਾਂਡ ਕਰਵ ਹੈ, AR ਕਰਵ ਹੈ, MR ਕਰਵ ਹੈ, ਉਹ ਕੀ ਹੋਏਗੀ, ਲੈਫਟ ਟੂ ਰਾਈਟ ਡਾਊਨਵਰਡ ਹੋਏਗੀ। ਮੀਨਸ ਜੋ ਸਾਨੂੰ ਇਹ ਸ਼ੋ ਕਰੇਗੀ ਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਾਂ ਪ੍ਰੋਡਕਟ ਡਿਫਰੈਂਸ਼ੀਏਟ ਹੋਣ ਕਰਕੇ ਜਦੋਂ ਸਾਡੇ ਪ੍ਰੋਡਕਟ ਦੀ ਡਿਮਾਂਡ ਘਟੇਗੀ, ਪ੍ਰਾਈਸ ਆਪਣੀ ਪ੍ਰਾਈਸ ਘਟੇਗੀ, ਡਿਮਾਂਡ ਵੱਧ ਜਾਏਗੀ। ਜੇਕਰ ਅਸੀਂ ਆਪਣੇ ਪ੍ਰੋਡਕਟ ਦੀ ਪ੍ਰਾਈਸ ਜ਼ਿਆਦਾ ਕਰਾਂਗੇ ਤਾਂ ਡਿਮਾਂਡ ਘਟ ਜਾਏਗੀ। ਤਾਂ ਮਤਲਬ ਨੈਗੇਟਿਵ ਰਿਲੇਸ਼ਨਸ਼ਿਪ ਬਿਟਵੀਨ ਦਾ ਡਿਮਾਂਡ ਐਂਡ ਪ੍ਰਾਈਸ ਲਾਈਨ। ਤਾਂ ਜਿਹੜੀ ਆਪਣੀ ਡਿਮਾਂਡ ਕਰਵ ਹੈ, AR MR ਕਰਵ ਹੈ, ਆਪਣੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਉਹ ਕੀ ਹੋਏਗੀ, ਫਾਲਿੰਗ ਡਿਮਾਂਡ ਕਰਵ ਲੈਫਟ ਟੂ ਰਾਈਟ ਡਾਊਨਵਰਡ। ਉਸ ਤੋਂ ਬਾਅਦ ਲੈਕ ਆਫ ਪਰਫੈਕਟ ਨੌਲੇਜ। ਆਪਣੇ ਜੋ ਹੈ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿੰਨੇ ਵੀ ਆਪਣੇ ਕਸਟਮਰਸ ਨੇ ਜਿਹੜੇ ਗੁੱਡਸ ਨੂੰ ਬਾਏ ਕਰਦੇ ਨੇ, ਉਹਨਾਂ ਦੇ ਵਿੱਚ ਇੰਪਰਫੈਕਟ ਨੌਲੇਜ ਹੁੰਦੀ ਹੈ। ਮੀਨਸ ਉਹਨਾਂ ਨੂੰ ਪ੍ਰੋਪਰ ਨੌਲੇਜ ਨਹੀਂ ਹੁੰਦੀ ਕਿਸੇ ਵੀ ਆਪਣੀ ਗੁੱਡ ਨੂੰ ਬਾਏ ਕਰਨ ਦੇ ਲਈ। ਮਤਲਬ ਜੇ ਉਹਨਾਂ ਨੇ ਸੋਪ ਖਰੀਦਣ ਜਾਣਾ ਮਾਰਕੀਟ ਦੇ ਵਿੱਚ, ਤਾਂ ਉਹਨਾਂ ਨੂੰ ਨਹੀਂ ਪਤਾ ਹੋਵੇਗਾ ਕਿ ਇਸ ਬ੍ਰਾਂਡ ਦੇ, ਇਸ ਕੁਆਲਿਟੀ ਦੇ ਜਿਹੜੇ ਸੋਪ ਨੇ ਉਹ ਵੀ ਅਵੇਲੇਬਲ ਨੇ। ਉਹਨਾਂ ਨੂੰ ਇੱਕ ਦੋ ਸੋਪ ਦੇ ਨੇਮ ਪਤਾ ਹੋਏਗਾ, ਉਹਨਾਂ ਨੂੰ ਪ੍ਰੋਪਰ ਸਾਰੇ ਟਾਈਪਸ ਦੇ ਜਿਹੜੇ ਪੀਅਰਸ ਹੋ ਗਿਆ ਆਪਣਾ, ਠੀਕ ਹੈ,
ਤੇ ਲਾਈਫ ਬॉय ਹੋ ਗਿਆ। ਤਾਂ ਇਦਾਂ ਦੇ ਜਿਹੜੇ ਸੋਪਸ ਨੇ ਉਹ ਨਹੀਂ ਪਤਾ ਹੋਣਗੇ ਕਿ ਇਹ ਵੀ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਤੇ ਇਹਨਾਂ ਦਾ ਪ੍ਰਾਈਸ ਇੰਨਾ ਹੈ, ਇਹਨਾਂ ਦੇ ਵਿੱਚ ਇਹ ਇੰਗਰੀਡੀਐਂਟਸ ਪਾਏ ਜਾਂਦੇ ਨੇ। ਠੀਕ ਹੈ, ਤਾਂ ਆਪਾਂ ਬੋਲ ਸਕਦੇ ਕਿ ਜਿਹੜੇ ਕਸਟਮਰਸ ਨੇ ਉਹਨਾਂ ਨੂੰ ਮਾਰਕੀਟਸ ਦੇ ਵਿੱਚ ਜਿੰਨੇ ਵੀ ਤਰ੍ਹਾਂ ਦੇ ਪ੍ਰੋਡਕਟਸ ਨੇ ਉਹਨਾਂ ਦੇ ਪ੍ਰਾਈਸ ਦੇ ਬਾਰੇ, ਉਹਨਾਂ ਦੇ ਇੰਗਰੀਡੀਐਂਟਸ ਦੇ ਬਾਰੇ, ਨੇਮਸ ਦੇ ਬਾਰੇ ਪਰਫੈਕਟ ਨੌਲੇਜ ਨਹੀਂ ਹੁੰਦੀ। ਤੇ ਇਹ ਤਾਂ ਸੀਗੇ ਆਪਣੇ ਫੀਚਰਸ ਆਫ ਮੋਨੋਪੋਲਿਸਟਿਕ ਕੰਪੀਟੀਸ਼ਨ। ਤੇ ਇਸ ਤੋਂ ਬਾਅਦ ਅਸੀਂ ਕਰਦੇ ਹਾਂ ਡਿਮਾਂਡ ਕਰਵ ਅੰਡਰ ਮੋਨੋਪੋਲਿਸਟਿਕ ਕੰਪੀਟੀਸ਼ਨ। ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਹੀ ਹੈ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਡਿਮਾਂਡ ਕਰਵ ਸੀਗੀ ਉਹ ਕੀ ਸੀਗੀ, ਐਕਸ ਐਕਸਿਸ ਦੇ ਪੈਰਲਲ ਸੀਗੀ, AR-MR ਕਰਵ। ਐਕਸ ਐਕਸਿਸ ਦੇ ਪੈਰਲਲ ਸੀ ਕਿਉਂਕਿ ਜਿਹੜੀ ਆਪਣੀ ਪ੍ਰਾਈਸ ਸੀਗੀ ਉਹ ਕਾਂਸਟੈਂਟ ਸੀਗੀ ਪਰਫੈਕਟ ਕੰਪੀਟੀਸ਼ਨ ਦੇ ਵਿੱਚ, ਕਿਉਂਕਿ ਜਿਹੜਾ ਪ੍ਰੋਡਕਟ ਹੈ ਉਹ ਕੀ ਸੀਗਾ, ਹੋਮੋਜੀਨੀਅਨ ਸੀਗਾ, ਜਿਹਦੀ ਜਿਹੜੀ ਪ੍ਰਾਈਸ ਆ ਉਹ ਇੱਕ ਇੰਡਸਟਰੀ ਫਿਕਸ ਕਰਦੀ ਹੁੰਦੀ ਆ। ਸਾਰੀਆਂ ਫਰਮਸ ਨੂੰ ਉਸੇ ਸੇਮ ਪ੍ਰਾਈਸ ਤੇ ਆਪਣੇ ਗੁੱਡਸ ਨੂੰ ਸੇਲ ਕਰਨਾ ਪੈਂਦਾ ਹੈ। ਲੇਕਿਨ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕੀ ਹੋਏਗੀ, ਜਿਹੜੀ ਆਪਣੀ ਡਿਮਾਂਡ ਕਰਵ ਹੋਏਗੀ ਉਹ ਲੈਫਟ ਟੂ ਰਾਈਟ ਡਾਊਨਵਰਡ ਹੋਏਗੀ। ਲੈਫਟ ਟੂ ਰਾਈਟ ਡਾਊਨਵਰਡ ਹੋਏਗੀ AR-MR ਕਰਵ, ਬਿਕਾਜ਼ there is a negative relationship between the price and demand। ਜਦੋਂ ਵੀ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕਿਸੇ ਵੀ ਪ੍ਰੋਡਕਟ ਦੀ ਪ੍ਰਾਈਸ, ਮੰਨ ਲਓ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਉਹ ਐਕਸ ਅਕਸ਼ ਤੇ ਆਊਟਪੁੱਟ ਇਨ ਯੂਨਿਟਸ ਲਿੱਤੀ ਹੋਈ ਹੈ, OY ਅਕਸ਼ ਤੇ ਪ੍ਰਾਈਸ ਐਂਡ ਰੈਵਨਿਊ ਇਨ ਰੁਪੀਸ ਲਿੱਤਾ ਹੋਇਆ ਹੈ। ठीक है, the firm under monopolistic competition faces a downward sloping demand curve। ठीक है, demand curve AR, this is a revenue curve and demand curve। क्योंकि डिमांड के थ्रू की होएगा अपना प्रोडक्ट सेल होएगा, तो सेल होने तो बाद इनकम जनरेट होएगी। तो डिमांड जितनी इंक्रीज होएगी उतनी ही इनकम, मींस एवरेज रेवेन्यू इंक्रीज होएगा। डिमांड जितनी डिक्रीज होएगी उतनी ही अपना जो इनकम है एवरेज रेवेन्यू डिक्रीज होएगा। तो इस डायग्राम में तुसीं देख सकते हो कि जो प्राइस OP सीगा तद अपनी जिहड़ी क्वांटिटी सीगी, डिमांड कितनी सीगी, OQ सीगी। लेकिन जो मोनोपोलिस्टिक कंपीटीशन के विच प्रोडक्ट का प्राइस घट गया, एक्स गुड का प्राइस घट के OP तो OP1 हो गया, तब एक्स गुड की जिहड़ी डिमांड है वो OQ तो वध के कितनी होगी, OQ1 होगी। तब इस तो ये पता लगता है कि मोनोपोलिस्टिक कंपीटीशन के विच अगर प्राइस थोड़ी जी असीं अपने प्रोडक्ट की घट करांगे तो उसकी डिमांड बहुत ज़्यादा इंक्रीज हो जाएगी। ठीक है, क्योंकि जिहड़े बाकी कस्टमर्स ने अपने वो दूसरे प्रोडक्ट की डिमांड घटा देंगे तो उसकी जगह पर साडा प्रोडक्ट नूं चूज कर देंगे, क्योंकि क्लोज सब्सटीट्यूशनस ने प्रोडक्ट। एंड अगर कहते प्राइस ज़्यादा करती असीं OP तो वधा, OP1 तो वधा के OP कर दी तो क्या होएगा, डिमांड बहुत ज़्यादा घट जाएगी। डिमांड घट के OQ1 तो OQ हो जाएगी। क्यों हो जाएगी, क्योंकि किया प्राइस वधन दे नाल ਜਿਹੜੇ ਕਸਟਮਰਸ ਨੇ ਉਹ ਸਾਡੇ ਪ੍ਰੋਡਕਟ ਦੀ ਡਿਮਾਂਡ ਬੰਦ ਕਰ ਦੇਣਗੇ ਤੇ ਦੂਸਰੀਆਂ ਫਰਮਸ ਨੇ ਜੋ ਗੁੱਡਸ ਨੂੰ ਪ੍ਰੋਡਿਊਸ ਕੀਤਾ, ਜੋ ਪ੍ਰੋਡਕਟਸ ਪ੍ਰੋਡਿਊਸ ਕਰ ਰਹੀਆਂ ਨੇ, ਤਾਂ ਉਹਨਾਂ ਦੀ ਡਿਮਾਂਡ ਨੂੰ ਇਨਕਰੀਜ਼ ਕਰ ਦੇਣਗੇ। ਤੇ ਉਸ ਤੋਂ ਬਾਅਦ ਨੈਕਸਟ ਹੈ ਸਾਡਾ डिमांड कर्व मोनोपोलिस्टिक कंपीटिशन वर्सिस मोनोपोली। तो इत्थे मोनोपोली ते मोनोपोलिस्टिक कंपीटिशन की जिहड़ी डिमांड कर्व है तुसीं वो देख सकते हो। मोनोपोली ते मोनोपोलिस्टिक कंपीटिशन दोनों दे विच की होएगी, डिमांड कर्व लैफ्ट टू राइट डाउनवर्ड होएगी, लैफ्ट टू राइट डाउनवर्ड दोनों दे विच होएगी। लेकिन दोनों दे विच डिफरेंस की होएगा, जिहड़ी अपनी डिमांड कर्व है मोनोपोलिस्टिक कंपीटिशन दे विच वो की होएगी, मोर इलास्टिक होएगी या लैस इलास्टिक होएगी, मोर इलास्टिक होएगी। मोनोपोलिस्टिक कंपीटिशन दे विच डिमांड कर्व मोनोपोली दे नालों मोर इलास्टिक होएगी, ओदी इलास्टिसिटी ज़्यादा होएगी, जबकि मोनोपोली दे विच जिहड़ी डिमांड कर्व है वो लैस इलास्टिक होएगी। लैस इलास्टिक ते मोर इलास्टिक डिमांड कर्व दा डिफरेंस की है, जिमें कि तुसीं इस डायग्राम दे विच देख सकते हो, वो एक्स अक्ष ते की लिखा है आउटपुट एंड यूनिट्स लिखे हुए ने, OY के प्राइस एंड रेवेन्यू इन रुपीस दे विच। फर्स्ट डायग्राम दे विच सब तो पहला देखो कि जिहड़ी अपनी AR कर्व है लेफ्ट टू राइट डाउनवर्ड है, A एंड B दोनों मोनोपोलिस्टिक ते मोनोपोली दोनों डायग्राम्स दे विच। लेकिन जिहड़ी मोनोपोलिस्टिक कंपीटिशन दे विच डायग्राम है, अपनी AR कर्व है, डिमांड कर्व है, वो मोर इलास्टिक आ ते मोनोपोली दे विच लैस इलास्टिक आ। मोनोपोली में थोड़ी स्टिपर है, स्टैंडिंग है, एंड मोनोपोलिस्टिक में थोड़ी सी क्या फ्लैटर है, मींस ज़्यादा इलास्टिक है। तो मेन रीजन की है
ਕਹਿੰਦੇ ਜਦੋਂ ਦੇਖੋ ਪ੍ਰਾਈਸ ਇਨਕਰੀਜ਼ ਡਿਕਰੀਜ਼ ਹੋ ਜਾਂਦੇ ਨੇ ਤਾਂ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਅਫੈਕਟ ਕਰੇਗੀ ਕਿਉਂਕਿ ਪ੍ਰੋਡਕਟਸ ਦੇ ਕਲੋਜ਼ ਸਬਸਟੀਟਿਊਸ਼ਨਸ ਨੇ। ਲੇਕਿਨ ਜਦੋਂ ਮੋਨੋਪੋਲੀ ਦੇ ਵਿੱਚ ਪ੍ਰਾਈਸ ਇਨਕਰੀਜ਼ ਡਿਕਰੀਜ਼ ਹੋਏਗੀ ਇੱਕ ਫਰਮ ਦੇ ਦੁਆਰਾ ਤਾਂ ਡਿਮਾਂਡ ਤੇ ਇੰਨਾ ਫਰਕ ਨਹੀਂ ਪਏਗਾ। ਡਿਮਾਂਡ ਕੀ ਹੋਏਗੀ? ਲੈਸ ਇਲਾਸਟਿਕ ਹੋਏਗੀ क्योंकि इको प्रोडक्ट है वो डिफरेंशिएट है, मतलब प्रोडक्ट डिफरेंट है, ਉਹਦਾ ब्रांड नेम डिफरेंट है, ਉਹਦੇ यूजेस डिफरेंट ने, ਤਾਂ ਉਹਦੀ डिमांड ਤੇ ਇੰਨਾ ਫਰਕ ਨਹੀਂ ਪਏਗਾ, डिमांड ਪਹਿਲਾਂ ਜਿੰਨੀ ਹੀ ਰਹੇਗੀ। लेकिन मोनोपोलिस्टिक कंपटीशन ਦੇ ਵਿੱਚ ਦੇਖੋ ਜੇ डिमांड प्राइस थोड़ी जी ਵੱਧ ਜਾਵੇ ਤਾਂ डिमांड बहुत ज़्यादा घट जाएगी, ਤੇ प्राइस थोड़ी जी घट जावे ਤਾਂ डिमांड बहुत ज़्यादा बढ़ जाएगी। तो देयर इज अ डिफरेंस बिटवीन डिमांड कर्व इन मोनोपोलिस्टिक कंपटीशन एंड मोनोपोली। मोनोपोली ਦੇ ਵਿੱਚ ਲੈਸ ਇਲਾਸਟਿਕ ਐਂਡ ਮੋਨੋਪੋਲਿਸਟਿਕ ਦੇ ਵਿੱਚ ਮੋਰ ਇਲਾਸਟਿਕ। ਤਾਂ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ equilibrium under monopolistic competition, individual forms equilibrium in short run period। सबसे पहला जो equilibrium price है ਆਪਾਂ ਕਰਿਆ monopolistic competition ਦੇ ਵਿੱਚ equilibrium price and output determination। इक्विलिब्रियम प्राइस कितने फिक्स होएगा? इक्विलिब्रियम प्राइस ਉੱਥੇ ਫਿਕਸ ਹੋਏਗਾ ਜਿੱਥੇ ਕਿ ਆ MC MR ਨੂੰ ਨੀਚੇ ਤੋਂ ਕੱਟ ਕਰੇਗੀ ਐਂਡ ਸੈਕੰਡ ਜਿੱਥੇ AR is equal to AC and MR is equal to MC ਹੋਏਗਾ। ਜਿੱਥੇ ਮਾਰਜਨਲ ਰੈਵਨਿਊ ਮਾਰਜਨਲ ਕਾਸਟ से ਇਕੁਅਲ ਹੋਏਗਾ ਉੱਥੇ ਕੀ ਆ ਇਕੁਇਲਿਬ੍ਰੀਅਮ ਹੋਏਗਾ, ਉੱਥੇ ਜੋ ਹੈ ਪ੍ਰਾਈਸ ਡਿਟਰਮੀਨੇਸ਼ਨ ਹੋਏਗਾ। ਉੱਥੇ ਇੱਕ ਫਰਮ ਆ ਜਿਹੜੀ ਉਹ ਕੀ ਕਰੇਗੀ? ਪ੍ਰਾਈਸ ਫਿਕਸ ਕਰੇਗੀ। This is our main two conditions. First is MC curve cuts MR curve from the below and जिथे cut किया that is an equilibrium point। ठीक है, जिथे MC is equal to MR है। जिन्हें कि तुसी इस डायग्राम ਦੇ ਵਿੱਚ देख सकते हो। ਆਪਾਂ ਸਭ ਤੋਂ ਪਹਿਲਾਂ ਕਰਾਂਗੇ ਇੰਡੀਵਿਜੂਅਲ ਫॉर्म। ਇੱਕ ਫॉर्म ਦਾ ਇਕੁਇਲਿਬ੍ਰੀਅਮ ਕਰ ਰਹੇ ਹਾਂ ਜੋ डिफरेंट ਫॉर्म्स ਨੇ ਉਹਨਾਂ ਦਾ ਇਕੁਇਲਿਬ੍ਰੀਅਮ ਕਰ ਰਹੇ ਹਾਂ। ਠੀਕ ਹੈ, ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਸ਼ਾਰਟ ਰਨ ਦੇ ਵਿੱਚ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਦੋਨਾਂ ਦੇ ਵਿੱਚ ਕਰਾਂਗੇ। ਠੀਕ ਹੈ, ਤੇ ਇਹਦੀ ਇੱਕ ਗੱਲ ਧਿਆਨ ਰੱਖਣ ਦੇ ਵਿੱਚ ਹੈ ਕਿ ਇੱਥੇ ਕੀ ਆ ਫ੍ਰੀ ਐਂਟਰੀ ਐਂਡ ਐਡਜਸਟ ਹੈ। ਨਿਊ ਫਾਰਮਸ ਈਜ਼ੀਲੀ ਐਂਟਰ ਵੀ ਕਰ ਸਕਦੀਆਂ ਨੇ ਤੇ ਪੁਰਾਣੀਆਂ ਫਾਰਮਾਂ ਛੱਡ ਕੇ ਵੀ ਜਾ ਸਕਦੀਆਂ ਨੇ। ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਤਾਂ ਫਾਰਮਸ ਇਕੁਇਲਿਬ੍ਰੀਅਮ ਇਨ ਸ਼ਾਰਟ ਰਨ ਠੀਕ ਫਾਰਮ ਇਕੁਇਲਿਬ੍ਰੀਅਮ ਦੇ ਵਿੱਚ ਕਦੋਂ ਹੋਏਗੀ ਉਹਦੇ ਲਈ ਕੰਡੀਸ਼ਨਸ ਕੀ ਨੇ? ਤਾਂ ਫਰਸਟਲੀ MC curve cuts MR curve from the below जिथे MC is equal to MR। तो शॉर्ट रन केड़ा पीरियड है? शॉर्ट रन पीरियड वो पीरियड है जिहदे विच जेहड़े कुछ फैक्टर ऑफ प्रोडक्शंस ने की हुंदे ने फिक्स हुंदे ने, कुछ वेरिएबल्स हुंदे ने। मतलब आपां कुछ जेहड़े फैक्टर्स ने उन्हां नूं चेंज करके वेरिएबल्स फैक्टर्स नूं चेंज करके अपनी जेहड़ी सप्लाई ਉਹਨੂੰ इंक्रीज डिक्रीज कर सकते हो। लेकिन लॉन्ग रन दे विच जेहड़े सारे ही फैक्टर ऑफ प्रोडक्शंस के वो कहते हैं वेरीएबल होंगे ने, आप सारे चेंज करके अपनी जी सप्लाई उन्होंने डिमांड के अकॉर्डिंग इंक्रीज डिक्रीज कर सकते हैं। पर इंडिविजुअल फर्म्स इक्विलिब्रियम इन शॉर्ट रन के देखो कि शॉर्ट रन के कहते मोनोपोलिस्टिक कंपीटीशन के जी भी फर्म है वो 3 सिचुएशंस के होएगी। या तो वो प्रॉफिट गेन करेगी सुपर नॉर्मल प्रॉफिट, या वो लॉस बेयर करेगी, या फिर वो नॉर्मल प्रॉफिट बेयर करेगी। दिस इज अ 3 conditions of monopolistic firm in short run। तो इस डायग्राम ਦੇ ਵਿੱਚ ਅਸੀਂ ਦੇਖ ਸਕਦੇ ਹਾਂ ਸੁਪਰ ਨਾਰਮਲ ਪ੍ਰੋਫਿਟ। ਤਾਂ ਸਭ ਤੋਂ ਪਹਿਲਾਂ ਸ਼ਾਰਟ ਰਨ ਦੇ ਵਿੱਚ ਕਹਿੰਦੇ ਇੱਕ ਫਰਮ ਸੁਪਰ ਨਾਰਮਲ ਪ੍ਰੋਫਿਟ ਗੇਨ ਕਰੇਗੀ। ਤਾਂ ਸੁਪਰ ਨਾਰਮਲ ਪ੍ਰੋਫਿਟ ਗੇਨ ਕਰਨ ਦੀਆਂ 3 ਸਿਚੁਏਸ਼ਨਸ ਨੇ, 3 ਕੰਡੀਸ਼ਨਸ ਹੋਈ ਸੇਮ। ਪਹਿਲਾ ਦਾ MC ਜਿੱਥੇ MR ਨੂੰ ਕੱਟ ਕਰੇਗੀ ਨੀਚੇ ਤੋਂ ਉੱਥੇ ਇਕੁਇਲਿਬ੍ਰੀਅਮ ਪੁਆਇੰਟ ਹੋਏਗਾ, ਇਕੁਇਲਿਬ੍ਰੀਅਮ ਪ੍ਰਾइस ਫਿਕਸ ਹੋਏਗਾ ਤੇ ਉਸ ਤੋਂ ਬਾਅਦ ਜਿੱਥੇ MC is equal to MR ਹੋਣੀ ਚਾਹੀਦੀ ਆ। ਤੇ ਥਰਡ ਇਜ਼ ਸੁਪਰ ਨਾਰਮਲ ਪ੍ਰੋਫਿਟ ਦੇ ਵਿੱਚ ਕੀ ਹੋਏਗਾ ਜੋ ਆਪਣਾ ਐਵਰੇਜ ਰਿਵੈਨਿਊ ਆ, ਐਵਰੇਜ ਰਿਵੈਨਿਊ ਗ੍ਰੇਟਰ ਦੈਨ ਕੀ ਹੋਏਗਾ ਐਵਰੇਜ ਕਾਸਟ ਹੋਏਗਾ। ਤਾਂ 3 ਕੰਡੀਸ਼ਨਸ ਨੂੰ ਚੈੱਕ ਕਰਨ ਦੇ ਲਈ ਇਹ ਮੇਨ ਹੈ। ਜਿੱਥੇ AR ਗ੍ਰੇਟਰ ਦੈਨ AC ਹੋਏਗਾ ਉੱਥੇ ਸੁਪਰ ਨਾਰਮਲ ਪ੍ਰੋਫਿਟ ਹੋਏਗਾ, ਜਿੱਥੇ AC is equal to AR ਹੋਏਗਾ ਉੱਥੇ ਨਾਰਮਲ ਪ੍ਰੋਫਿਟ ਹੋਏਗਾ, ਤੇ ਜਿੱਥੇ AR ਲੈਸ ਦੈਨ AC ਹੋਏਗਾ ਉੱਥੇ लॉस होएगा, जिसके एवरेज रेवेन्यू एवरेज कॉस्ट तो लेस होएगा। क्या डाउन पड़ा फॉलिंग डिमांड कर्व है AR ते MR कर्व। ठीक है, तो फर्स्ट कंडीशन इज कहंदे MC की करेगा MC कर्व जड़ी वो MR कर्व ਨੂੰ नीचे तो की करेगी कट करती हुई ऊपर जाएगी।
पॉइंट से कट किया, दैट इज अ इक्विलिब्रियम पॉइंट। ठीक है, इक्विलिब्रियम पॉइंट है जिथे इक्विलिब्रियम प्राइस से अपनी इक्विलिब्रियम जी क्वांटिटी आ वो कितनी है, क्वांटिटी ओ एम है, इक्विलिब्रियम प्राइस ओ आर है। जी कॉस्ट कर्व अपन की करना सुपर नॉर्मल प्रॉफिट शो करना है ताकि होएगा जी एसी कॉस्ट कर्व है वो की होएगी ए आर कर्व तो नीचे होएगी लेस होएगी। ठीक है, तब फिर एसी कर्व है जो अपन नीचे तो कट कर दी हुई जाएगी ए आर तो ठीक है, एस पॉइंट से कट किया, एस पॉइंट से कट किया उत्थे इक्विलिब्रियम पॉइंट प्राइस है जेड़ा ओ आर फिक्स होया ते इक्विलिब्रियम तेरी कॉस्ट है एस एम कॉस्ट है, लेकिन जेड़े एवरेज वैल्यू है कि वो ऊपर है ता अपना, लेकिन जो है प्राइस रेवेन्यू अपना कितना है ओपी है, ओपी इज रेवेन्यू एंड ओ आर इज अ कॉस्ट। तुसी बोल सकते हो कि क्यू एम मेनू रेवेन्यू मिल रहा ते एस एम मेरे किया कॉस्ट है ता रेवेन्यू दे विचों जो मैं कॉस्ट कड्डी दैट इज माय प्रॉफिट, ਤਾਂ ਫਿਰ मैं क्यू एम ਦੇ ਵਿੱਚੋਂ एस एम माइनस करूंगी तो जो मेरे को बच जाएगा दैट इज अ क्यू एस इज अ सुपर नॉर्मल प्रॉफिट। तो अपन कह सकते हैं शेडेड एरिया है पी क्यू आर एस एक या सुपर नॉर्मल प्रॉफिट है। तो सब तो पहला एमसी एमआर ਨੂੰ कट करेगी। ठीक है, जिसे कट करेगी दैट इज इक्विलिब्रियम पॉइंट, इक्विलिब्रियम पॉइंट ई तो नीचे ते ऊपर ਨੂੰ ਆਪਾਂ ए आर तक की कर ਦਾਂਗੇ, एक लाइन ड्रॉ करांगे ਤਾਂ ਆਪਣੀ ਜਿਹੜੇ ਥਰੂ ਇਕੁਇਲਿਬ੍ਰੀਅਮ ਕੁਆਂਟੀਟੀ ਉਹ m ਪਤਾ ਲੱਗ ਜਾਏਗੀ, ਜੋ ਕਾਸਟ ਕਰਵ ਨੂੰ s ਪੁਆਇੰਟ ਤੇ ਇਕੁਇਲਿਬ੍ਰੀਅਮ ਜੋ ਹੈ ਆਪਣੀ प्राइस कट करेगी तब एस एम इज इक्विलिब्रियम कॉस्ट, क्यू एम इज इक्विलिब्रियम रेवेन्यू, तब फिर जो अपना प्रॉफिट हो गया एवरेज कॉस्ट से नालों एवरेज रेवेन्यू ज़्यादा है, ए आर ग्रेटर देन ए सी है क्योंकि ए सी कर्व नीचे है, ए आर ऊपर है, कॉस्ट कटने तो बाद जो अपने को बच गया दैट इज अ सुपर नॉर्मल प्रॉफिट। तो क्यू एस पी आर शेडेड एरिया सुपर नॉर्मल प्रॉफिट। तब इतने कहते मोनोपोलिस्टिक कंपटीशन के विच एक फर्म की है सुपर नॉर्मल प्रॉफिट गेन कर सकती है जो ए आर ग्रेटर देन ए सी। तो इतना सी फर्स्ट कंडीशन फर्म्स इक्विलिब्रियम एंड सैकेंड इज लॉस। कहते जी अपनी मोनोपोलिस्टिक कंपटीशन है ये जी एक फर्म है वो लॉस भी बीयर कर सकती है। तो लॉस बीयर कदों करेगी जो ए आर लैस दैन ए सी होएगा, मतलब जी एवरेज कॉस्ट है एवरेज रिवेन्यू के नालों ज़्यादा होएगी तब एक फर्म इतने की कर सकती है लॉस बीयर कर सकती है। तुम इस डायग्राम के देख सकते हो वो एक्स अक्ष पे आउटपुट लिखी हुई है ते ओ वाई अक्ष पे रेवेन्यू एंड कॉस्ट लिखी हुई है। तो जी ए आर एम आर कर्व है दिस इज द एवरेज रेवेन्यू एंड मार्जिनल रेवेन्यू कर्व। तो जी एम आर कर्व है वो ए आर ते ओरिजिन दे की होएगी मिड दे विच होएगी। तो सब तो पहला जी एम सी कर्व है वो एम आर नू ई पॉइंट ते कट करेगी, ई इज अ इक्विलिब्रियम पॉइंट जो ए आर नू के पॉइंट ते कट रहा है तब अपना जरा रिवेन्यू है वो के एन है, अपनी इक्विलिब्रियम प्राइस ओ टी है। ठीक है, एंड इक्विलिब्रियम जी क्वांटिटी है वो क्यू एन है। उस तो बाद जी एवरेज कॉस्ट कर्व है लॉस कदों होंदा जो कॉस्ट एवरेज रिवेन्यू तो ऊपर होंदी है। तो जी एवरेज कॉस्ट कर्व है वो की बनेगी एवरेज रिवेन्यू कर्व तो ऊपर ड्रा होगी जिन्हें कि इस डायग्राम के की है क्योंकि अपने लॉस दिखाना है तो ऊपर ड्रा करांगे तो जी इक्विलिब्रियम लाइन है ऊपर तक एच तक लैके जावांगे तो तुसीं इस देख सकते हो एच जो एच है एच तो एम तक नीचे क्वांटिटी तक है दिस इज अ कॉस्ट कर्व, ए सी नू टच करते हुए नीचे लाइन खिंचांगे तो एच एन दिस इज अ टोटल कॉस्ट कर्व एंड जो रेवेन्यू कर्व तो जो असं दिखावे के पॉइंट जो कट कर रही है इक्विलिब्रियम लाइन दैट इज के एन इज अ इक्विलिब्रियम जो है अपना रेवेन्यू है, जो रेवेन्यू है के एन है, जो कॉस्ट है एच एन है। तब एच एन माइनस के एन करेंगे तो अपने को जो बच गया दैट इज एच के टी जी दिस इज अ लॉस क्योंकि एनी जी कॉस्ट है वो रेवेन्यू के नालों की है बद है, मतलब खर्चा ज़्यादा आ रहा तो अपनी इनकम घट है आमदन घट है तो जी टी के एच है जो अपना शेडेड एरिया है ये की होएगा लॉस होएगा। तो इतने एक फर्म है जो की कर रही है लॉस बीयर कर रही है क्योंकि वो एवरेज रिवेन्यू एवरेज कॉस्ट तो की है घट है लैस है। तब एक फर्म कहते शॉर्ट रन के मोनोपोलिस्टिक कंपटीशन के की कर सकती है लॉस भी बीयर कर सकती है। थर्ड इज
ਨਾਰਮਲ ਪ੍ਰੋਫਿਟ। ਤੇ ਇੱਕ ਫਰਮ ਕਹਿੰਦੇ ਇੱਕ ਇਕੁਲਿਬਰੀਅਮ ਦੇ ਵਿੱਚ ਵੀ ਹੋ ਸਕਦੀ ਹੈ ਸ਼ਾਰਟ ਰਨ ਦੇ ਵਿੱਚ। ਸ਼ਾਰਟ ਰਨ ਦੇ ਵਿੱਚ ਇੱਕ ਫਰਮ ਇਕੁਲਿਬਰੀਅਮ ਦੇ ਵਿੱਚ ਕਦੋਂ ਹੋਏਗੀ, ਜਦੋਂ AR ਇਜ਼ ਇਕੁਅਲ ਟੂ, ਜਦੋਂ ਨੋ ਲਾਸ ਨੋ ਗੇਨ ਹੋਏਗਾ, ਮਤਲਬ ਜਿੰਨੀ ਆਪਣੀ ਕਾਸਟ ਹੈ ਉਨੀ ਹੀ ਆਪਣੀ ਇਨਕਮ, ਨਾ ਤਾਂ ਆਪਾਂ ਨੇ ਕੁਛ ਦੇਣਾ ਹੈ ਤੇ ਨਾ ਹੀ ਕੁਛ ਲੈਣਾ ਹੈ। ਜਿੱਥੇ ਡਿਮਾਂਡ ਸਪਲਾਈ ਦੇ ਇਕੁਅਲ ਹੋਏਗੀ ਉੱਥੇ ਇੱਕ ਫਰਮ ਨਾਰਮਲ ਪ੍ਰੋਫਿਟ ਗੇਨ ਕਰੇਗੀ ਇਨ ਸ਼ਾਰਟ ਰਨ ਦੇ ਵਿੱਚ। ਤਾਂ these are the three conditions of firm equilibrium। ਤੇ ਉਸ ਤੋਂ ਬਾਅਦ ਹੈ ਇੰਡੀਵਿਜੂਅਲਸ ਫਰਮ ਇਕੁਲਿਬਰੀਅਮ ਇਨ ਲੌਂਗ ਰਨ। ਲੌਂਗ ਰਨ ਦੇ ਵਿੱਚ ਜਿਹੜਾ ਇੰਡੀਵਿਜੂਅਲ ਫਰਮ ਇਕੁਲਿਬਰੀਅਮ ਹੈ ਉਹ ਕਦੋਂ ਹੋਏਗਾ? ਲੌਂਗ ਰਨ ਦੇ ਵਿੱਚ ਫਰਮ ਇਕੁਲਿਬਰੀਅਮ ਦੇ ਵਿੱਚ ਕਦੋਂ ਹੋਏਗੀ? ਤਾਂ ਲੌਂਗ ਰਨ ਕਿਹੜੀ ਸਿਚੁਏਸ਼ਨ ਹੈ? ਲੌਂਗ ਰਨ ਉਹ ਸਿਚੁਏਸ਼ਨ ਹੈ ਜਿਹਦੇ ਵਿੱਚ ਆਪਾਂ ਡਿਮਾਂਡ ਦੇ ਅਕੋਰਡਿੰਗ ਆਪਣੀ ਸਪਲਾਈ ਨੂੰ ਈਜ਼ੀਲੀ ਇਨਕਰੀਜ਼ ਡਿਕਰੀਜ਼ ਕਰ ਸਕਦੇ ਹਾਂ। ਕਿਉਂਕਿ ਲੌਂਗ ਰਨ ਦੇ ਵਿੱਚ ਹਰੇਕ ਫਰਮ ਜਿੰਨੀ ਚਾਹੇ ਆਪਣੀ ਕੁਆਂਟੀਟੀ ਨੂੰ, ਸਾਰੇ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਨੂੰ ਇਨਕਰੀਜ਼ ਡਿਕਰੀਜ਼ ਕਰਕੇ ਘਟਾ ਵਧਾ ਸਕਦੀ ਹੈ। ਤੇ ਲੌਂਗ ਰਨ ਦੇ ਵਿੱਚ ਕੀ ਹੁੰਦਾ, ਜਿਹੜੀਆਂ ਡਿਫਰੈਂਟ ਫਰਮਸ ਨੇ ਉਹ ਐਂਟਰ ਕਰਦੀਆਂ ਨੇ, ਠੀਕ ਹੈ। ਤੇ ਕਈ ਫਰਮਾਂ ਫ੍ਰੀਲੀ ਛੱਡ ਕੇ ਵੀ ਚਲੇ ਜਾਂਦੀਆਂ ਨੇ ਮਾਰਕੀਟ ਨੂੰ, ਤਾਂ ਜਿਹਦਾ ਅਫੈਕਟ ਹੈ ਜੋ ਦੂਸਰੀਆਂ ਫਰਮਸ ਤੇ ਪੈਂਦਾ ਹੈ। ਤਾਂ ਇੱਥੇ ਕੀ ਹੈ, ਲੌਂਗ ਰਨ ਦੇ ਵਿੱਚ ਹਮੇਸ਼ਾ ਹੀ ਜਿਹੜੀ ਇੱਕ ਫਰਮ ਹੈ ਉਹ ਕੀ ਕਰੇਗੀ, ਇਕੁਲਿਬਰੀਅਮ ਦੇ ਵਿੱਚ ਹੋਏਗੀ, ਨਾਰਮਲ ਪ੍ਰੋਫਿਟ ਗੇਨ ਕਰੇਗੀ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਤਾਂ ਤਦ ਕਰੇਗੀ ਲੌਂਗ ਰਨ ਦੇ ਵਿੱਚ ਕਿ ਅਗਰ ਤਾਂ ਜੇ ਕਿਸੇ ਨੂੰ ਜੇ ਕਿਸੇ ਫਰਮ ਨੂੰ ਸ਼ਾਰਟ ਰਨ ਦੇ ਵਿੱਚ ਸੁਪਰ ਨਾਰਮਲ ਪ੍ਰੋਫਿਟ ਤੇ ਲਾਸ ਗੇਨ ਕਰ ਸਕਦੀ ਹੈ, ਕਿਉਂਕਿ ਸ਼ਾਰਟ ਰਨ ਦੇ ਵਿੱਚ ਆਪਾਂ ਆਪਣੀ ਸਪਲਾਈ ਡਿਮਾਂਡ ਨੂੰ ਇੰਨਾ ਐਡਜਸਟ ਨਹੀਂ ਕਰ ਸਕਦੇ, ਲੇਕਿਨ ਲੌਂਗ ਰਨ ਦੇ ਵਿੱਚ ਕਰ ਸਕਦੇ ਹਾਂ। ਤਾਂ ਲੌਂਗ ਰਨ ਦੇ ਵਿੱਚ ਕੀ ਹੋਏਗਾ, ਡਿਮਾਂਡ ਐਂਡ ਸਪਲਾਈ ਆਪਣੇ ਆਪ ਸਾਨੂੰ ਇਕੁਲਿਬਰੀਅਮ ਲੈਵਲ ਤੇ ਲਿਆਉਣਗੇ। ਅਗਰ ਤਾਂ ਕਹਿੰਦੇ ਸੁਪਰ ਨਾਰਮਲ ਪ੍ਰੋਫਿਟ ਹੈ, ਜੇ ਸੁਪਰ ਨਾਰਮਲ ਪ੍ਰੋਫਿਟ ਹੋਏਗਾ ਤਾਂ ਕੀ ਹੋਏਗਾ, ਨਿਊ ਫਰਮਸ ਐਂਟਰ ਕਰਨਗੇ, ਨਿਊ ਫਰਮਸ ਐਂਟਰ ਕਰਨਗੀਆਂ, ਸਪਲਾਈ ਵਧੇਗੀ, ਸਪਲਾਈ ਵਧਣ ਦੇ ਨਾਲ ਪ੍ਰਾਈਸ ਹੈ ਜਿਹੜੀ ਉਹ ਘਟ ਜਾਏਗੀ, ਜਿਹਦੇ ਕਰਕੇ ਆਪਾਂ ਸੁਪਰ ਨਾਰਮਲ ਤੋਂ ਨਾਰਮਲ ਪ੍ਰੋਫਿਟ ਤੇ ਹੋ ਜਾਵਾਂਗੇ। ਲੇਕਿਨ ਜੇਕਰ ਲਾਸ ਹੈ, ਮਤਲਬ ਲਾਸ ਹੋ ਰਿਹਾ, ਤਾਂ ਕੀ ਹੋ ਗਿਆ, ਜਿਹੜੀਆਂ ਪੁਰਾਣੀਆਂ ਫਰਮਸ ਨੇ ਉਹ ਆਪਣੇ ਗਰੁੱਪ ਨੂੰ, ਪੁਰਾਣੀਆਂ ਫਰਮਾਂ ਮਾਰਕੀਟ ਨੂੰ ਛੱਡ ਕੇ ਚਲੇ ਜਾਣਗੀਆਂ, ਜਿਹਦੇ ਥਰੂ ਕੀ ਹੋਏਗਾ, ਸਪਲਾਈ ਘਟ ਜਾਏਗੀ ਤੇ ਪ੍ਰਾਈਸ ਵੱਧ ਜਾਏਗਾ, ਜਿਹਦੇ ਥਰੂ ਕੀ ਆ ਫਿਰ ਤੋਂ ਆਪਾਂ ਲਾਸ ਤੋਂ ਨਾਰਮਲ ਪ੍ਰੋਫਿਟ ਤੇ ਆ ਜਾਵਾਂਗੇ। ਤਾਂ ਲੌਂਗ ਰਨ ਦੇ ਵਿੱਚ ਹਰ ਇੱਕ ਫਰਮ ਨਾਰਮਲ ਪ੍ਰੋਫਿਟ ਦੇ ਵਿੱਚ ਹੋਏਗੀ, ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਉਹ ਐਕਸ ਅਕਸ਼ ਤੇ ਆਊਟਪੁੱਟ ਲਿੱਤੀ ਹੋਈ ਹੈ, ਉਹ ਵਾਈ ਅਕਸ਼ ਤੇ ਰੈਵਨਿਊ ਐਂਡ ਕਾਸਟ ਲਿੱਤੀ ਹੋਈ ਹੈ। AR ਤੇ MR ਕਰਵ ਕੀ ਹੈ, ਰੈਵਨਿਊ ਕਰਵ ਹੈ ਆਪਣੀ, ਮਾਰਜਨਲ ਤੇ ਐਵਰੇਜ ਰੈਵਨਿਊ ਕਰਵ ਹੈ। ਤੇ ਇਸ ਦੇ ਵਿੱਚ ਵੀ ਲੌਂਗ ਰਨ ਜਿਹੜੀ ਮਾਰਜਨਲ ਕਾਸਟ ਕਰਵ ਹੈ, ਉਹ ਲੌਂਗ ਰਨ ਮਾਰਜਨਲ ਰੈਵਨਿਊ ਕਰਵ ਨੂੰ ਇਹ ਪੁਆਇੰਟ ਤੇ ਕੱਟ ਕਰ ਰਹੀ ਹੈ। ਇਹ ਪੁਆਇੰਟ ਇਜ਼ ਦ ਇਕੁਲਿਬਰੀਅਮ ਪੁਆਇੰਟ। ਇਕੁਲਿਬਰੀਅਮ ਦੇ ਵਿੱਚ ਫਰਮ ਕਦੋਂ ਹੋਏਗੀ, ਨਾਰਮਲ ਪ੍ਰੋਫਿਟ ਕਦੋਂ ਗੇਨ ਕਰੇਗੀ, ਜਦੋਂ ਜਿਹੜੀ LAC ਇਕੁਅਲ ਟੂ LAR ਹੋਏਗੀ। ਤਦ ਕਹਿੰਦੇ ਲੌਂਗ ਰਨ ਐਵਰੇਜ ਕਾਸਟ ਕਰਵ ਨੂੰ ਆਪਾਂ ਟੈਂਜੈਂਟ ਟੱਚ ਕਰਵਾਵਾਂਗੇ ਐਵਰੇਜ ਕਾਸਟ ਦੇ ਨਾਲ, ਜਿੱਥੇ ਕੀ ਆ ਜਿੰਨੀ ਕਾਸਟ ਹੈ ਆਪਣੀ ਲੌਂਗ ਰਨ ਦੀ ਐਵਰੇਜ ਕਾਸਟ, ਉਨਾ ਹੀ ਆਪਣੀ ਲੌਂਗ ਰਨ ਦੀ ਐਵਰੇਜ ਰੈਵਨਿਊ ਹੈ, ਜਿਹੜੀ ਕਿ P ਪੁਆਇੰਟ ਤੇ ਕੀ ਕਰ ਰਹੀ ਹੈ, ਕੱਟ ਕਰ ਰਹੀ ਹੈ। ਦੈਟ ਮੀਨਸ ਕਿ OM ਕੁਆਂਟਿਟੀ P ਇਜ਼ ਅ ਇਕੁਲਿਬਰੀਅਮ ਪੁਆਇੰਟ, ਜਿੱਥੇ ਕੀ ਆ ਆਪਣੀ ਡਿਮਾਂਡ ਤੇ ਸਪਲਾਈ ਇਕੁਅਲ ਹੈ, ਕਾਸਟ ਤੇ ਰੈਵਨਿਊ ਇਕੁਅਲ ਹੈ, ਤੇ ਇੱਥੇ ਪ੍ਰਾਈਸ OP ਫਿਕਸ ਹੋਈ ਹੈ ਐਂਡ ਕੁਆਂਟਿਟੀ OM ਫਿਕਸ ਹੋਈ ਹੈ। ਦਿਸ ਇਜ਼ ਦ ਇਕੁਲਿਬਰੀਅਮ ਪੁਆਇੰਟ, ਜਿੱਥੇ LMC ਇਕੁਅਲ ਟੂ LAC ਇਕੁਅਲ ਟੂ LAR। ਤਾਂ ਇੱਥੇ ਇੱਕ ਇੰਡੀਵਿਜੂਅਲ ਫਰਮ ਲੌਂਗ ਰਨ ਦੇ ਵਿੱਚ ਇਕੁਲਿਬਰੀਅਮ ਦੇ ਵਿੱਚ। ਉਸ ਤੋਂ ਬਾਅਦ ਹੈ ਗਰੁੱਪ ਇਕੁਲਿਬਰੀਅਮ ਇਨ ਮੋਨੋਪੋਲਿਸਟਿਕ ਕੰਪੀਟੀਸ਼ਨ। ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਗਰੁੱਪ ਇਕੁਲਿਬਰੀਅਮ ਕਦੋਂ ਹੋਏਗਾ? ਗਰੁੱਪ ਇਕੁਲਿਬਰੀਅਮਸ ਮੀਨਸ ਜਿਵੇਂ ਕਿ ਆਪਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਮੰਨਦੇ ਆ, ਇੰਡਸਟਰੀ ਇਕੁਲਿਬਰੀਅਮ। ਇਹ ਇੰਡਸਟਰੀ ਇਕੁਲਿਬਰੀਅਮ ਦੇ ਵਿੱਚ ਕਦੋਂ ਹੋਏਗੀ? ਜਿਹੜੇ ਗਰੁੱਪ ਆਫ ਫਰਮਸ ਨੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਮਿਲ ਕੇ ਇੱਕ ਇੰਡਸਟਰੀ ਬਣਾਉਂਦੀਆਂ ਨੇ, ਉਹਨਾਂ ਨੂੰ ਗਰੁੱਪ ਆਫ ਫਰਮ ਨੂੰ ਇੱਕ ਇੰਡਸਟਰੀ ਦਾ ਨਾਮ ਦਿੱਤਾ ਗਿਆ। ਲੇਕਿਨ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਆਪਣੀਆਂ ਫਰਮਸ ਨੇ ਉਹਨਾਂ ਨੂੰ ਇੱਕ ਗਰੁੱਪ ਦਾ ਨਾਮ ਦਿੱਤਾ ਹੈ, ਅ ਗਰੁੱਪ ਆਫ ਫਰਮਸ। ਅ ਗਰੁੱਪ ਆਫ ਫਰਮਸ ਦੈਟ ਇਜ਼ ਅ ਗਰੁੱਪ, ਠੀਕ ਹੈ। ਤੇ ਗਰੁੱਪ ਇਕੁਲਿਬਰੀਅਮ, ਇੱਕ ਗਰੁੱਪ ਇਕੁਲਿਬਰੀਅਮ ਦੇ ਵਿੱਚ ਕਦੋਂ ਹੋਏਗਾ? ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ। ਇੱਕ ਗਰੁੱਪ ਇਕੁਲਿਬਰੀਅਮ ਦੇ ਵਿੱਚ ਉਦੋਂ ਹੋਏਗਾ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਦੋਂ ਉਹ ਸਿਰਫ ਨਾਰਮਲ ਪ੍ਰੋਫਿਟ ਗੇਨ ਕਰਦਾ, ਨਾ ਤਾਂ ਲਾਸ ਗੇਨ ਕਰਦਾ, ਨਾ ਸੁਪਰ ਨਾਰਮਲ ਪ੍ਰੋਫਿਟ ਕਰਦਾ। ਹਮੇਸ਼ਾ ਹੀ ਇੱਕ
ਗਰੁੱਪ ਇਕੁਇਲਿਬਰੀਅਮ ਦੇ ਵਿੱਚ ਹੋਏਗਾ, ਕਿਉਂਕਿ ਗਰੁੱਪ ਦੇ ਵਿੱਚ ਕੀ ਨਿਊ ਫਰਮਸ ਈਜ਼ੀਲੀ ਐਂਟਰ ਵੀ ਹੋ ਸਕਦੀਆਂ ਨੇ ਤੇ ਪੁਰਾਣੀਆਂ ਫਰਮਾਂ ਗਰੁੱਪ ਨੂੰ ਛੱਡ ਕੇ ਵੀ ਜਾ ਸਕਦੀਆਂ ਨੇ। ਤਾਂ ਅਗਰ ਸੁਪਰਨੋਰਮਲ ਪ੍ਰੋਫਿਟ ਹੋਇਆ ਤਾਂ ਨਿਊ ਫਰਮਸ ਐਂਟਰ ਕਰਨਗੀਆਂ, ਜਿਹਦੇ ਕਰਕੇ ਸਪਲਾਈ ਵੱਧ ਜਾਏਗੀ, ਪ੍ਰਾइस घट जाएगी तो अपने आप अपन नॉर्मल प्रॉफिट आ जाएंगे। अगर किया लॉस हो रहा है तो जड़ियाँ कुछ फर्म्स ने वो अपने ग्रुप में छड्ड के चले जाएंगे, जिहदे करके सप्लाई घट जाएगी, प्राइस बढ़ जाएगी, अपने आप आप इक्विलिब्रियम की पोजीशन ते नॉर्मल प्रॉफिट ते आ जाएंगे। तो अ ग्रुप ऑफ फर्म्स इज कॉल्ड ग्रुप। तो हुण असीं ग्रुप इक्विलिब्रियम देखते हैं। देख सकते हो तुसीं इन्हां टू डायग्राम्स दे विच द लॉन्ग रन ग्रुप इक्विलिब्रियम एंड शॉर्ट रन ग्रुप इक्विलिब्रियम। शॉर्ट रन के लॉन्ग रन के सामने ग्रुप इक्विलिब्रियम दिखाया गया है। तो ग्रुप इक्विलिब्रियम की शॉर्ट रन के हमेशा ही आप ग्रुप इक्विलिब्रियम में सुपर नॉर्मल प्रॉफिट गेन कर सकते हैं, लेकिन लॉन्ग रन के ही हमेशा आप की करेंगे नॉर्मल प्रॉफिट ही करेंगे वेयर करेंगे। शॉर्ट रन के सुपर नॉर्मल प्रॉफिट ते लॉस दोनों वेयर कर सकते हैं, क्योंकि शॉर्ट रन के ईजीली जी है अपनी सप्लाई डिमांड उन्हें इंक्रीज डिक्रीज नहीं किया जा सकता। जिमें तुम इस डायग्राम के देख सकते हो, फर्स्ट ऊपर वाली डायग्राम्स के ओ एक्स अक्ष से आउटपुट लीती हुई है, ओ वाई से रेवेन्यू एंड कॉस्ट लीती हुई है। तो शॉर्ट रन ग्रुप इक्विलिब्रियम दिखा रहा है, जिहदे अपनी एक आर कर्व है, एवरेज रेवेन्यू कर्व है, एंड जी एम आर है मार्जिनल रेवेन्यू कर्व है, तो जी एस ए सी है शॉर्ट रन एवरेज कॉस्ट कर्व है, तो एस एम सी है शॉर्ट रन मार्जिनल कॉस्ट कर्व है। सब तो पहले आप ए आर ते एम आर कर्व्स ड्रा करांगे लैफ्ट राइट डाउनवर्ड, तो उस तो बाद जी अपनी एम सी कर्व है वो एम आर कर्व नूं कट करेगी नीचे तो, ठीक है, टी पॉइंट ते, दैट मीनस टी इज द इक्विलिब्रियम पॉइंट जिथे ओ एम आउटपुट फिक्स हुई है तो ओ टी डैश प्राइस फिक्स हुआ है। तो उस तो बाद एवरेज रेवेन्यू कर्व की है ऊपर है, लेकिन जी शॉर्ट रन एवरेज कॉस्ट कर्व है वो एम आर दे किया पैरेलल है, एम सी ते एम आर दे इक्वल है। तद आप ये कह सकते हैं कि एवरेज कॉस्ट है जी वो एवरेज रेवेन्यू तो नीचे है, पी टी नीचे है। तो इतने की है जी अपनी कॉस्ट है वो टी एम है, लेकिन जी अपनी रेवेन्यू है प्राइस है वो कितनी है पी एम है। तो पी एम पी एम के टी एम माइनस करांगे तो पी टी बच जाएगा, पी टी डैश पी डैश, दैट इज अ सुपर नॉर्मल प्रॉफिट जो एक ग्रुप किया शॉर्ट रन ग्रुप इक्विलिब्रियम दिखा रहा है, एक ग्रुप नूं हो रहा है। तो उस तो बाद देखो लॉन्ग रन एक ग्रुप के बहुत सारिया फर्म्स ने जिमें कि एंटर किया, तो बहुत सारिया फर्म्स एंटर करन दे नाल किया अपनी प्राइस है जी वो की हो जाएगी घट जाएगी, प्राइस घट जाएगी, प्राइस घट के जिमें कि ओ पी डैश टू टी डैश टी हो जाएगी। तब किया फिर इत्थे अपना जो प्रॉफिट है वो घट जाएगा। जिमें तुसी बी डायग्राम्स के सैकेंड डायग्राम्स के देख सकते हो, तो लॉन्ग रन ग्रुप इक्विलिब्रियम इत्थे की होएगा इक्विलिब्रियम लॉन्ग रन ग्रुप कदों होएगा जो जी लॉन्ग रन की एवरेज कॉस्ट कर्व है वो लॉन्ग रन की एवरेज रेवेन्यू कर्व दे की होएगी इक्वल होएगी। तो तुसी इस डायग्राम में देख सकते हो, ओ एक्स अक्ष से आउटपुट दिखाई हुई है, ओ वाई अक्ष से रेवेन्यू एंड कॉस्ट दिखाई हुई है, AR is the revenue curve and MR is the marginal revenue curve, LAC is the long run average cost curve, ठीक है, LMC is the long run marginal cost curve। जो सारियां कर्व्स किस AR पॉइंट नू MR पॉइंट नू P ते कट कर रही ने, MC पॉइंट MR नू E पॉइंट ते कट करेगा, तो इक्विलिब्रियम प्राइस ते आउटपुट अपनी OM ते OP डैश है, ते P पॉइंट ते लॉन्ग रन एवरेज कॉस्ट इज इक्वल टू लॉन्ग रन एवरेज रेवेन्यू है। मतलब लॉन्ग रन के जिन्नी कॉस्ट आ रही उन्ना ही सानू रेवेन्यू मिल रहा, ना तो सानू गेन हो रहा ना ही सानू लॉस हो रहा। जिन्नी साडी डिमांड सप्लाई इक्वल है, कॉस्ट ते रेवेन्यू इक्वल है, एक फॉर्म ग्रुप किया ग्रुप ऑफ फर्म्स किया इक्विलिब्रियम दे विच लॉन्ग रन शॉर्ट रन दे विच सुपर नॉर्मल प्रॉफिट अर्न कर सकता है, लेकिन लॉन्ग रन दे विच हमेशा ही एक ग्रुप के दे विच होएगा इक्विलिब्रियम दे विच होएगा, क्योंकि फ्री एंट्री एंड एडजस्टेंस इज पॉसिबल इन मोनोपोलिस्टिक कंपटीशन। तो उस तो बाद तुसी देख सकते हो इक्विलिब्रियम विद सेलिंग कॉस्ट। सेलिंग कॉस्ट कंसेप्ट सब तो पहले देखते हैं कि सेलिंग कॉस्ट ਹੁੰਦਾ ਕੀ ਹੈ, ਤੇ सेलिंग कॉस्ट ਦੇ ਥਰੂ ਇੱਕ ਫਰਮ ਇੱਕ ਗਰੁੱਪ ਕਿਵੇਂ ਇਕੁਇਲਿਬਰੀਅਮ ਦੇ ਵਿੱਚ ਹੋਏਗਾ। सेलिंग कॉस्ट जिवें कि मैं पहले ही दस्सिया है कि सेलिंग कॉस्ट आ गई कि जो प्रोडक्शन तो बाद अपनी कॉस्ट हुई है,
ਇਹਦੇ ਵਿੱਚ ਟਰਾਂਸਪੋਰਟ ਕਾਸਟ ਆ ਗਈ, ਪੈਕਿੰਗ ਕਾਸਟ ਆ ਗਈ, ਐਡਵਰਟਾइजमेंट ਕਾਸਟ ਆ ਗਈ, ਠੀਕ ਹੈ, ਸੇਲਸ ਪ੍ਰਮੋਸ਼ਨ ਕਾਸਟ ਆ ਗਈ, ਠੀਕ ਹੈ। ਡਿਫਰੈਂਟ ਟਾਈਪਸ ਆਫ ਜਿਹੜੀ ਕਾਸਟ ਹੈ ਉਹ ਇਹਦੇ ਵਿੱਚ ਕੀ ਹੁੰਦੀ ਹੈ, ਐਡ ਹੁੰਦੀ ਆ, ਜੋ ਆਪਾਂ ਕਿਸੇ ਵੀ ਗੁੱਡ ਨੂੰ ਸੇਲ ਕਰਨ ਦੇ ਲਈ ਕਰਦੇ ਹਾਂ ਕਿ ਸਾਡੀ ਸੇਲ ਇਨਕਰੀਜ਼ ਹੋਵੇ ਤਾਂ ਉਸ ਕਾਸਟ ਨੂੰ ਆਪਾਂ ਕੀ ਕਹਿੰਦੇ ਆ, ਸੈਲਿੰਗ ਕਾਸਟ, ਵਿਕਰੀ ਲਾਗਤ, ਕਿ ਵਿਕਰੀ ਤੇ ਜੋ ਵੀ ਸਾਡਾ ਖਰਚਾ ਹੁੰਦਾ ਹੈ। The concept of selling cost is based on the following two assumptions. Two assumptions पे based है. ਜਿਹੜੀ selling cost है, first is buyer do not have any perfect knowledge about the different types of product. ਕਹਿੰਦੇ selling cost ਕਿਉਂ increase ਹੋ ਰਹੀ ਹੈ monopolistic competition ਦੇ ਵਿੱਚ, ਕਿਉਂਕਿ ਕਹਿੰਦੇ ਜਿੰਨੇ ਵੀ ਆਪਣੇ buyers ਨੇ ਉਹਨਾਂ ਨੂੰ perfect knowledge ਨਹੀਂ ਹੁੰਦੀ different types of product ਦੇ ਬਾਰੇ, ਕਿਉਂਕਿ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੇ ਕਲੋਜ਼ ਸਬਸਟੀਟਿਊਸ਼ਨ ਹੁੰਦੇ ਨੇ, ਠੀਕ ਹੈ। ਆਪਣੇ ਜਿਹੜੇ ਪ੍ਰੋਡਕਟ ਨੇ ਉਹ ਡਿਫਰੈਂਸ਼ੀਏਟ ਹੁੰਦੇ ਨੇ ਇੱਕ ਦੂਸਰੇ ਦੇ ਨਾਲੋਂ ਥੋੜੇ ਥੋੜੇ, ਠੀਕ ਹੈ, ਸ਼ੇਪ, ਸਾਈਜ਼, ਕਲਰ, ਇੰਗਰੀਡੀਐਂਟਸ ਉਹਨਾਂ ਦੇ ਬੇਸ ਤੇ, ਠੀਕ ਹੈ। ਤਾਂ ਕਹਿੰਦੇ ਕਸਟਮਰਸ ਨੂੰ, ਬਾਇਰ ਨੂੰ ਨਹੀਂ ਪਤਾ ਹੁੰਦਾ ਕਿ ਮਾਰਕੀਟ ਦੇ ਵਿੱਚ ਕਿੰਨੇ ਟਾਈਪਸ ਆਫ ਆਇਲ ਅਵੇਲੇਬਲ ਨੇ, ਕਿੰਨੇ ਟਾਈਪਸ ਆਫ ਸੋਪ ਅਵੇਲੇਬਲ ਨੇ, ਕਿੰਨੇ ਟਾਈਪਸ ਆਫ ਕੋਲਗੇਟ ਅਵੇਲੇਬਲ ਨੇ, ਤਾਂ ਜੋ ਤੇ ਉਹਨਾਂ ਦੇ ਪ੍ਰਾਈਸ ਵੀ ਨਹੀਂ ਪਤਾ ਹੁੰਦਾ, ਉਹਨਾਂ ਦੇ ਬੈਨੀਫਿਟਸ ਵੀ ਨਹੀਂ ਪਤਾ ਹੁੰਦਾ, ਇੰਗਰੀਡੀਐਂਟਸ ਵੀ ਨਹੀਂ ਪਤਾ ਹੁੰਦਾ। ਤਾਂ ਉਹਨਾਂ ਨੂੰ ਆਪਣੇ ਪ੍ਰੋਡਕਟ ਬਾਰੇ ਪ੍ਰੋਪਰ ਨੌਲੇਜ ਦੇਣ ਦੇ ਲਈ ਤੇ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਸਾਨੂੰ ਸੇਲਸ ਪ੍ਰਮੋਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਜਿਹੜੀ ਆਪਣੀ ਸੇਲਸ ਕਾਸਟ ਹੈ ਉਹਨੂੰ ਇਨਕਰੀਜ਼ ਕਰਨਾ ਪੈਂਦਾ, ਐਡਵਰਟਾਈਜ਼ਮੈਂਟ ਕਾਸਟ ਨੂੰ ਇਨਕਰੀਜ਼ ਕਰਨਾ ਪੈਂਦਾ, ਤਾਂ ਜੋ ਜਿਹੜਾ ਮੇਰਾ ਪ੍ਰੋਡਕਟ ਹੈ ਉਹਦੀ ਮਾਰਕੀਟ ਦੇ ਵਿੱਚ ਡਿਮਾਂਡ ਕੀ ਆ, ਇਨਕਰੀਜ਼ ਹੋਵੇ, प्रॉफिट मैक्सिमाइजेशन दे। तो उस तो बाद है बायर्स, सेकंड कंडीशन क्या, बायर्स डिमांड एंड टेस्ट कैन बी चेंज। कहते ਜਿਹੜੇ ਬਾਇਰਸ ਨੇ ਸੈਲਿੰਗ ਕਾਸਟ ਕੀ ਹੁੰਦੀ ਆ, ਕਹਿੰਦੇ ਵੀ ਤਾਂ ਜੋ ਜਿਹੜੇ ਬਾਇਰਸ ਨੇ ਉਹਨਾਂ ਦੀ ਡਿਮਾਂਡ ਤੇ ਟੇਸਟ ਨੂੰ ਚੇਂਜ ਕੀਤਾ ਜਾ ਸਕੇ। ਡਿਮਾਂਡ ਉਹ ਕਿਵੇਂ ਚੇਂਜ ਕਰਦੇ ਨੇ, ਡਿਮਾਂਡ ਤੇ ਟੇਸਟ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਐਡਵਰਟਾਈਜ਼ਮੈਂਟਸ ਆਉਂਦੀਆਂ ਨੇ ਟੀਵੀ ਦੇ ਵਿੱਚ, ਐਡਵਰਟਾਈਜ਼ਮੈਂਟਸ ਆਉਂਦੀਆਂ ਨੇ ਆਪਣੇ ਤੇਲ ਦੇ ਨਾਲ ਰਿਲੇਟਡ ਆਉਂਦੀਆਂ ਨੇ, ਆਇਲ ਦੇ ਨਾਲ ਰਿਲੇਟਡ ਆਉਂਦੀਆਂ ਨੇ ਕਿ ਤੁਹਾਡੇ ਵਾਲ ਲੰਬੇ ਹੋ ਜਾਣਗੇ, ਵਾਲ ਕਾਲੇ ਹੋ ਜਾਣਗੇ, ਵਾਲ ਝੜਨਗੇ ਨਹੀਂ, ਤੁਸੀਂ ਇਹ ਆਇਲ ਯੂਜ਼ ਕਰਕੇ ਦੇਖੋ, ਇਹਦੀ ਪ੍ਰਾਈਸ ਇੰਨੀ ਹੈ, ਇੱਕ ਦੇ ਨਾਲ ਇੱਕ ਫ੍ਰੀ ਹੋਏਗਾ। ਤੇ ਉਸ ਤੋਂ ਬਾਅਦ ਮੋਟੇ ਤੋਂ ਪਤਲੇ ਹੋਣ ਦੇ ਲਈ ਐਡਵਰਟਾਈਜ਼ਮੈਂਟਸ ਹੁੰਦੀਆਂ ਨੇ, ਆਪਣੀਆਂ ਜਿਹੜੀਆਂ ਮੈਡੀਸਨਸ ਨੇ ਉਹ ਦਿਖਾਉਂਦੇ ਨੇ, ਠੀਕ ਹੈ, ਤੇ ਟਿਊਬਸ ਨੇ ਆਹ ਦਿਖਾਉਂਦੇ ਨੇ ਕਿ ਟੰਮੀ ਤੇ ਲਗਾ ਲਓ ਤੁਹਾਡਾ ਫੈਟ ਗਰੋ ਹੋ ਜਾਏਗਾ। ਤੇ ਉਸ ਤੋਂ ਬਾਅਦ ਡਿਫਰੈਂਟ ਟਾਈਪਸ ਆਫ ਸੋਪਸ ਨੇ ਜਿਨ੍ਹਾਂ ਦੀ ਆਉਂਦੀ ਆ, ਤੇ ਆਪਣੇ ਬੈਡਸ਼ੀਟਸ ਦੀ ਐਡਵਰਟਾਈਜ਼ਮੈਂਟ ਆਉਂਦੀਆਂ ਨੇ ਕਿ ਇਸ ਪ੍ਰਾਈਸ ਤੇ ਇੰਨੀਆਂ ਬੈਡਸ਼ੀਟਸ ਅਵੇਲੇਬਲ ਨੇ, ਇਹਨਾਂ ਦੇ ਵਿੱਚ ਇਹ ਪ੍ਰਿੰਟ ਨੇ, 2 ਦੇ ਨਾਲ 2 ਫ੍ਰੀ ਹੋਣਗੀਆਂ, ਠੀਕ ਹੈ। ਦਿਸ ਇਜ਼ ਅ ਮੈਟਰ ਆਫ ਸੇਲਸ ਪ੍ਰਮੋਸ਼ਨ ਕਿ ਸਾਡੇ ਪ੍ਰੋਡਕਟ ਦੀ ਸੇਲ ਆ ਜਿਹੜੀ ਉਹ ਇਨਕਰੀਜ਼ ਹੋਵੇ। ਤੇ ਆਪਣਾ ਟੇਸਟ ਚੇਂਜ ਕਰਦੇ ਨੇ, ਟੇਸਟ ਚੇਂਜ ਕਰਦੇ ਨੇ, ਆਪਾਂ ਨੂੰ ਮੋਟੀਵੇਟ ਕਰਦੇ ਨੇ ਥਰੂ ਐਡਵਰਟਾਈਜ਼ਮੈਂਟ, ਥਰੂ ਪੈਂਪਲੇਟਸ, ਥਰੂ ਨਿਊਜ਼ਪੇਪਰਸ, ਥਰੂ ਮੈਗਜ਼ੀਨਸ ਕਿ ਤੁਸੀਂ ਇਹ ਖਾ ਕੇ ਦੇਖੋ, ਇਹ ਪਹਿਨ ਕੇ ਦੇਖੋ, ਇਹ ਲਗਾ ਕੇ ਦੇਖੋ, ਠੀਕ ਹੈ, ਤੁਹਾਨੂੰ ਅੱਛਾ ਲੱਗੇਗਾ। ਤਦ ਕਹਿੰਦੇ ਜਿਹੜੀ ਆਪਣੀ ਮਾਈਂਡ ਦੀ ਸਿਚੁਏਸ਼ਨ ਹੈ, ਆਪਾਂ ਨੂੰ ਕੀ ਹੁੰਦਾ, ਇੱਕ ਹੁੰਦਾ ਕਿ ਅਸੀਂ ਵੀ ਇਹ ਚੀਜ਼ ਲੈ ਕੇ ਦੇਖੀਏ ਤੇ ਅਸੀਂ ਵੀ ਇਹਨੂੰ ਟੇਸਟ ਕਰੀਏ, ਅਸੀਂ ਵੀ ਇਹਨੂੰ ਯੂਜ਼ ਕਰਕੇ ਦੇਖੀਏ ਕਿ ਇਹਦੇ ਬੈਨੀਫਿਟਸ ਨੇ, ਸਾਨੂੰ ਇਸ ਚੀਜ਼ ਤੋਂ ਛੁਟਕਾਰਾ ਮਿਲ ਜਾਏਗਾ। ਤਾਂ ਦੈਟ ਮੀਨਸ ਆ ਸੈਲਿੰਗ ਕਾਸਟ ਉਹ ਕਨਸੈਪਟ ਹੈ ਕਿ ਜਦੋਂ ਆਪਾਂ ਪ੍ਰੋਡਕਸ਼ਨ ਤੋਂ ਬਾਅਦ ਕਿਸੇ ਚੀਜ਼ ਦੀ ਡਿਮਾਂਡ ਤੇ ਕਸਟਮਰਸ ਦਾ ਟੇਸਟ ਚੇਂਜ ਕਰਨ ਦੇ ਲਈ ਕਿਸੇ ਵੀ ਪ੍ਰੋਡਕਟ ਤੇ ਕਰਦੇ, ਤਾਂ ਜੋ ਉਸ ਪ੍ਰੋਡਕਟ ਦੀ ਜਿਹੜੀ ਆਪਣੀ ਡਿਮਾਂਡ ਆ ਉਹ ਇਨਕਰੀਜ਼ ਹੋਵੇ, ਡਿਮਾਂਡ ਇਨਕਰੀਜ਼ ਹੋਏਗੀ ਤਾਂ ਸਾਡਾ ਰੈਵਨਿਊ ਇਨਕਰੀਜ਼ ਹੋਏਗਾ, ਤੁਹਾਨੂੰ ਕੀ ਹੋਏਗਾ। ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਕੁਇਲਿਬਰੀਅਮ ਵਿਦ ਸੈਲਿੰਗ ਕਾਸਟ, ਕਹਿੰਦੇ ਸੈਲਿੰਗ ਕਾਸਟ ਤੇ ਡਿਮਾਂਡ ਦੇ ਵਿੱਚ ਇਕੁਇਲਿਬਰੀਅਮ। ਦੇਖੋ ਜਿੱਥੇ ਸੈਲਿੰਗ ਕਾਸਟ ਇਨਕਰੀਜ਼ ਹੋਏਗੀ ਉੱਥੇ ਪ੍ਰੋਡਕਟ ਦੀ ਡਿਮਾਂਡ ਵੀ ਇਨਕਰੀਜ਼ ਹੋਏਗੀ, ਤਾਂ ਜਿੰਨੀ ਸੈਲਿੰਗ ਕਾਸਟ ਇਨਕਰੀਜ਼ ਹੋਏਗੀ ਉਨੀ ਡਿਮਾਂਡ ਇਨਕਰੀਜ਼ ਹੋਏਗੀ, ਪ੍ਰਾइस ਤੇ ਕਾਸਟ ਇਨਕਰੀਜ਼ ਹੋਏਗੀ, फिर न्यू इक्विलिब्रियम होएगा। अपनी जो इक्विलिब्रियम पोजीशन है, ई तो E1, ई तो E1 तो E2, E2 तो E3, इस तरह की होती जाएगी, इंक्रीज होती जाएगी, ठीक है। क्योंकि सैलिंग कॉस्ट इंक्रीज होने दे नाल डिमांड ऑटोमैटिकली ही चेंज होएगी, जिवें कि तुसीं इस डायग्राम दे विच किया देख सकते हो। इक्विलिब्रियम विद सैलिंग कॉस्ट, इक्विलिब्रियम पोजीशन दिखाई हुई है सैलिंग कॉस्ट ते अपनी डिमांड कर्व की, रेवेन्यू की ते प्राइस की, कॉस्ट की, तो वो एक्स अक्ष ते की लिखी हुई है, आउटपुट लिखी हुई है, ओ वाई अक्ष ते प्राइस एंड कॉस्ट लिखी हुई है। ते मान लो सब तो पहला जेड़ा अपना प्रोडक्ट है ओदी जेड़ी प्राइस है AR1 है, वो तो एवरेज रेवेन्यू
AR1 मिल रहा है तो जी डिमांड है वो की है D1 कर्व। डिमांड कर्व इज द एवरेज रेवेन्यू कर्व, ठीक है। तो D1 AR1 इज द इनिशियल डिमांड एंड एवरेज रेवेन्यू कर्व। ते उदों की आ जरा अपना APC है एवरेज जी प्रोडक्ट कॉस्ट है APC अपनी ਤਾਂ ਉਹ ਕੀ ਆ ਦੇਖੋ ਇਹ ਇੱਥੇ ਜਿਹੜੀ ਤੁਹਾਨੂੰ MC ਤੇ MR ਕਰਵ ਹੈ ਇਹ ਉਹਦੇ ਥਰੂ ਹੀ ਜਿਹੜਾ R ਇਕੁਇਲਿਬ੍ਰੀਅਮ ਪੁਆਇੰਟ ਲਿੱਤਾ ਹੈ ਲੇਕਿਨ ਇੱਥੇ ਉਹ ਦਿਖਾਈ ਨਹੀਂ ਗਈ ਦਿਖਾਈ MC ਤੇ MR ਕਰਵ ਤਾਂ ਕਰਕੇ ਨਹੀਂ ਗਈ ਕਿਉਂਕਿ ਇਹਦੇ ਥਰੂ ਬਹੁਤ ਕੰਪਲੈਕਸ ਬਣ ਜਾਏਗਾ ਡਾਇਗਰਾਮ ਆਪਣਾ ਠੀਕ ਹੈ ਤੁਹਾਨੂੰ ਸਮਝ ਨਹੀਂ ਆਏਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਕੁਇਲਿਬ੍ਰੀਅਮ ਜਿਹੜੀ ਪ੍ਰਾਈਸ ਹੈ ਉਹ X ਫਿਕਸ ਕੀਤੀ ਹੈ ਜਦੋਂ ਡਿਮਾਂਡ T1 ਤੇ AR1 का कर्व है तब वो एस इक्विलिब्रियम प्राइस फिक्स की गई है ते ओ एम इक्विलिब्रियम क्वांटिटी फिक्स की गई है ते आर पॉइंट जिथे कोई एमसी एमआर कर्व नहीं दिखाएगी जो कि एक दूसरे को कट करे ते अपनी जड़ी कॉस्ट कर्व है ठीक है वो कितनी है एवरेज प्रोडक्ट कॉस्ट कर्व कितनी है एपीसी जो आर पॉइंट ते कट कर रही है AR1 कर्व ता आर एम की साडी कॉस्ट है मतलब एसओ ਤੇ ਜਿਹੜੀ ਸਾਡੀ ਤੇ ਪ੍ਰਾइस ਵੀ ਪ੍ਰਾइस ਕਿੰਨਾ ਸਾਡਾ OP ਹੈ लेकिन रेवेन्यू ऊपर है OP प्राइस फिक्स होया है ठीक है ते O एस कॉस्ट है तब RM माइनस QM करांगे QM इज अ रेवेन्यू QM रेवेन्यू ਦੇ ਵਿੱਚੋਂ RM कॉस्ट माइनस करांगे ਤਾਂ QRSP जो ਸਾਡੇ ਕੋਲ ਬਚ ਗਿਆ दैट इज अ सुपर नॉर्मल प्रॉफिट ਤਾਂ ਇੱਥੇ ਇੱਕ ਫਰਮ ਕੀ ਕਰਦੀ ਹੈ सुपर नॉर्मल प्रॉफिट गेन करती है ਹੁਣ ਇਹਨੂੰ ਉੱਥੇ D1 ਤੇ AR1 कर्व ਤੇ QRSP सुपर नॉर्मल प्रॉफिट उन्होंने की किया इस फॉर्म ने प्रोडक्शन इंक्रीज की थी प्रोडक्शन इंक्रीज करने तो बाद इन्हें किया अपनी सैलिंग कॉस्ट इंक्रीज की थी सैलिंग कॉस्ट इंक्रीज होके कितनी होगी यदि सैलिंग कॉस्ट इंक्रीज हुई तो कॉस्ट इंक्रीज होने ना डिमांड कर्व ते रेवेन्यू कर्व भी अपवर्ड शिफ्ट होगी डिमांड कर्व इंक्रीज होके कितनी होगी D2 एंड AR2 डिमांड ते रेवेन्यू कर्व अपवर्ड शिफ्ट हुई ते अपनी जेडी एवरेज कॉस्ट ठीक है ते इक्विलिब्रियम पॉइंट R1 बनया है R1 ਤੇ MC ਤੇ MR ਇੱਕ ਦੂਸਰੇ ਨੂੰ ਕੱਟ ਰਹੇ ਨੇ ਤਾਂ ਇੱਥੇ ਕੀ ਆ ਜੋ R1 इक्विलिब्रियम क्वांटिटी OM क्वांटिटी इज द कॉस्ट एंड प्राइस कितना फिक्स हुआ OP1 ठीक है एंड अपने जो इनकम है वो है Q1 M1 तब Q1 M1 जो R1 M1 माइनस करेंगे की बच गया अपने को Q1 R1 S1 T1 जो शेडेड एरिया है एक ही अपना सुपर नॉर्मल प्रॉफिट फिर एक फॉर्म में फिर क्यों है सुपर नॉर्मल प्रॉफिट इस तो बाद अगर फिर एक फॉर्म ने प्रोडक्शन बढ़ाई प्रोडक्शन बढ़ा के QOM1 तो OM2 कर दी थी जिदे थ्रू डिमांड भी बढ़ी ते कॉस्ट भी बढ़ी डिमांड बढ़ के D3 होगी तो जिदे थ्रू अपना रेवेन्यू भी बढ़ के AC22 होगी ते R2 इज अ न्यू इक्विलिब्रियम जिथे R2 M2 की कॉस्ट है लेकिन जड़ी अपनी प्राइस है वो कितनी है Q2 M2 प्राइस जी OP2 फिक्स हुई है लेकिन जी कॉस्ट है वो OS2 है तब फिर भी इतने किया प्राइस अपनी कॉस्ट के नालों ज्यादा है रेवेन्यू कॉस्ट के नालों ज्यादा है जिनी कॉस्ट सेलिंग कॉस्ट इंक्रीज हुई है इनकम उस तो ज्यादा इंक्रीज हुई है डिमांड उस तो ज्यादा इंक्रीज हुई है ठीक है तब R2 M2 माइनस Q2 M2 करेंगे तो अपने को बच जाएगा Q2 R2 S2 अगर सेलिंग कॉस्ट 4 बढ़ी तो फिर एवरेज कॉस्ट 4 ऊपर डिमांड का 4 ऊपर फिर किया फिर प्राइस अबव एंड कॉस्ट लेस तब फिर किया सुपर नॉर्मल प्रॉफिट जिवें जिवें सेलिंग कॉस्ट करते जाएंगे अपनी जी डिमांड है इंक्रीज होती जाएगी तो प्राइस भी इंक्रीज होएगा क्वांटिटी भी इंक्रीज होएगी जिहदे थ्रू किया आप इस तरह सुपर नॉर्मल प्रॉफिट गेन कर सकते हैं तो इत्थे जनरेट ठीक है एवरेज कॉस्ट एवरेज रेवेन्यू ते सेलिंग कॉस्ट इंक्रीज होंदे This is the equilibrium with selling cost. Perfect competition, monopoly, monopolistic competition and comparison. देखो ਜਿਹੜੇ 3 main types of markets ਨੇ first is perfect competition, monopoly and competition. ਇਹਨਾਂ ਤਿੰਨਾਂ ਦੇ ਵਿੱਚ comparison ਕਿ ਕੀ ਡਿਫਰੈਂਸ ਹੈ ਤਿੰਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ structural difference. Structural difference means difference है structure ਦੇ ਵਿੱਚ ਤਾਂ ਇਹਦੀ ਸਟਰਕਚਰਸ ਦੇ ਵਿੱਚ ਡਿਫਰੈਂਸ ਕੀ ਹੋਏਗਾ ਜਿਹੜੀਆਂ ਆਪਣੀ ਪਰਫੈਕਟ ਕੰਪੀਟੀਸ਼ਨ ਹੈ ਇਹਨਾਂ ਦੇ ਵਿੱਚ ਜਿਹੜੇ ਪ੍ਰੋਡਕਟਸ ਨੇ ਜਿਹੜੇ ਪ੍ਰੋਡਿਊਸ ਕੀਤੇ ਜਾਣਗੇ ਉਹ ਕੀ ਹੋਣਗੇ ਹੋਮੋਜੀਨੀਅਸ ਪ੍ਰੋਡਕਟਸ ਹੋਣਗੇ मतलब ਜਿਹੜੀਆਂ ਫਰਮਸ ਨੇ ਉਹ ਸੇਮ ਤਰ੍ਹਾਂ ਦੇ ਪ੍ਰੋਡਕਟ ਨੂੰ ਕੀ ਕਰਨਗੀਆਂ ਪ੍ਰੋਡਿਊਸ ਕਰਨਗੀਆਂ
ठीक है। तो शॉर्ट रन ਦੇ ਵਿੱਚ ਕੀ ਆ ਉਹ ਆਪਣੀ ਕੁਆਂਟੀਟੀ ਨੂੰ ਇੰਨਾ ਇੰਕਰੀਜ਼ ਨਹੀਂ ਕਰ ਸਕਦੀਆਂ ਲੇਕਿन ਲੌਂਗ ਰਨ ਦੇ ਵਿੱਚ ਕਰ ਸਕਦੀਆਂ ਨੇ। ਮੋਨੋਪੋਲੀ ਦੇ ਵਿੱਚ ਜੋ ਪ੍ਰੋਡਕਟ ਨੂੰ ਪ੍ਰੋਡਿਊਸ ਕੀਤਾ ਜਾਏਗਾ ਉਹਦੇ ਵਿੱਚ ਕੀ ਹੋਏਗਾ ਪ੍ਰੋਡਕਟ ਡਿਫਰੈਂਟ ਹੋਏਗਾ ਇੱਕ ਅਲੱਗ ਤਰ੍ਹਾਂ ਦਾ product ਹੋਏਗਾ ਜਿਹਦਾ ਕੋਈ ਸਬਸਟੀਟਿਊਸ਼ਨ ਨਹੀਂ ਹੋਏਗਾ ਤੇ ਜਿਹੜੀ ਆਪਣੀ ਪ੍ਰਾਈਸ ਹੈ ਜੋ ਉਹੀ ਇੰਡਸਟਰੀ ਉਹ ਖੁਦ ਕਰੇਗੀ। ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ ਦੀ ਸਟਰਕਚਰ ਕੀ ਹੋਏਗੀ ਇਹਦੇ ਵਿੱਚ ਬਹੁਤ ਸਾਰੀਆਂ ਫਰਮਸ ਹੋਣਗੀਆਂ ਤੇ ਜਿਹੜੇ ਪ੍ਰੋਡਕਟਸ ਨੂੰ ਇਹ ਪ੍ਰੋਡਿਊਸ ਕਰਨਗੀਆਂ ਤਾਂ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਪੈਕਿੰਗ ਸਾਈਜ਼ ਇੰਗਰੀਡੀਐਂਟਸ ਦੇ ਬੇਸ ਤੇ ਕੀ ਹੋਣਗੇ ਡਿਫਰੈਂਟ ਹੋਣਗੇ। ਦਿਸ ਇਜ਼ ਦ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇੰਡਸਟਰੀ ਹੋਏਗੀ ਕਿ ਇੱਕ ਇੰਡਸਟਰੀ ਬਣਾਉਣਗੀਆਂ। ਮੋਨੋਪੋਲੀ ਦੇ ਵਿੱਚ ਇੱਕੋ ਫਰਮ ਇੰਡਸਟਰੀ ਹੋਏਗੀ ਐਂਡ ਮੋਨੋਪੋਲਿਸਟਿਕ ਦੇ ਵਿੱਚ ਗਰੁੱਪ ਆਫ ਫਰਮਸ ਮਿਲ ਕੇ ਕੀ ਬਣਾਉਣਗੀਆਂ ਗਰੁੱਪ ਬਣਾਉਣਗੀਆਂ। ਅੱਗੇ ਬਿਹੇਵੀਅਰ ਦੇ ਜਿੰਨੇ ਵੀ ਆਪਣੇ ਬਾਇਰਸ ਹੋਣਗੇ ਉਹਨਾਂ ਨੂੰ ਪ੍ਰੋਡਕਟਸ ਬਾਰੇ ਪਰਫੈਕਟ ਨੌਲੇਜ ਹੋਏਗੀ ਉਹਨਾਂ ਨੂੰ ਪਤਾ ਹੋਏਗਾ ਕਿ ਹੋਮੋਜੀਨੀਅਸ ਪ੍ਰੋਡਕਟ ਹੈ। ਅਗਰ ਜੋ ਹੈ ਬਿਸਕਿਟ ਦੇ ਪਾਰਲੇ ਜੀ ਬਿਸਕਿਟ ਦਾ ਪ੍ਰਾਈਸ 10 ਰੁਪੀਸ ਹੈ ਤਾਂ ਹੋਰ ਸ਼ਾਪਸ ਤੋਂ ਵੀ ਸਾਨੂੰ ਇਹ 10 ਰੁਪੀਸ ਦਾ ਹੀ ਮਿਲੇਗਾ। ਲੇਕਿਨ ਮੋਨੋਪੋਲੀ ਦੇ ਵਿੱਚ ਬਿਹੇਵੀਅਰ ਡਿਫਰੈਂਸ ਹੋਏਗਾ ਉਹਦੇ ਵਿੱਚ ਜਿਹੜਾ ਲਾਰਜ ਨੰਬਰ ਆਫ ਬਾਇਰਸ ਨੇ ਲੇਕਿਨ ਸੈਲਰ ਆ ਓਨਲੀ ਇੱਕੋ ਫਰਮ ਹੋਣਗੇ। ਠੀਕ ਹੈ। ਐਂਡ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕੁਝ ਫਰਮਸ ਹੋਣਗੀਆਂ ਤੇ ਲਾਰਜ ਨੰਬਰ ਆਫ ਕੀ ਹੋਣਗੇ ਬਾਇਰਸ ਹੋਣਗੇ ਜੋ ਆਪਣੇ ਪ੍ਰੋਡਕਟਸ ਨੂੰ ਡਿਫਰੈਂਟ ਜਿਹੜੀਆਂ ਪ੍ਰਾਈਸਿਸ ਨੇ ਉਹਨਾਂ ਤੇ ਕੀ ਕਰਨਗੇ ਸੇਲ ਕਰਨਗੇ ਤੇ ਖੁਦ ਹੀ ਆਪਣੇ ਜਿਹੜੀ ਪ੍ਰਾਈਸ ਹੈ ਉਹਨੂੰ ਫਿਕਸ ਕਰਨਗੇ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜੋ ਵੀ ਗੁੱਡਸ ਦੀ ਪ੍ਰਾਈਸ ਹੈ ਉਹ ਕੌਣ ਫਿਕਸ ਕਰੇਗਾ ਆਪਣੀ ਜੋ ਹੈ ਇੰਡਸਟਰੀ ਜਿਹਦੇ ਅੰਡਰ ਸਾਰੀਆਂ ਫਰਮਸ ਨੇ ਇੰਡਸਟਰੀ ਹੈ ਜਿਹੜੀ ਉਹ ਫਿਕਸ ਕਰੇਗੀ ਤੇ ਸਾਰੀਆਂ ਫਰਮਸ ਨੂੰ ਉਸੇ ਸੇਮ ਪ੍ਰਾਈਸ ਤੇ ਆਪਣੇ ਪ੍ਰੋਡਕਟ ਨੂੰ ਸੇਲ ਕਰਨਾ ਪਏਗਾ। ਮੋਨੋਪੋਲੀ ਦੇ ਵਿੱਚ ਜੋ ਪ੍ਰਾਈਸ ਹੈ ਉਹ ਜੋ ਵੀ ਫਰਮ ਹੈ वही इंडस्ट्री है खुद फिक्स करेगी आराम नाल वो घटा भी सकती है वधा भी सकती है। लेकिन मोनोपोलिस्टिक कंपटीशन दे विच जो ने अपनी फर्म्स नू अपने प्राइस ते पूरा कंट्रोल है लेकिन ग्रुप ऑफ फर्म्स मिलके अपने प्राइस नू इंक्रीज डिक्रीज कर सकते हैं। आगे का ऑप्टिमम कैपेसिटी एंड सब ऑप्टिमम कैपेसिटी ऑफ प्रोडक्शन। ऑप्टिमम कैपेसिटी मतलब जो मोनोपोली है ओके ऑप्टिमम कैपेसिटी तक आप अपनी गुड्स की प्रोडक्शन प्रोड्यूस करांगे क्योंकि जिन्नी डिमांड इंक्रीज होगी उन्नी लेकिन परफेक्ट कंपटीशन एंड मोनोपोलिस्टिक कंपटीशन दे विच ऑप्टिमम एंड जो एक्चुअल कैपेसिटी और विच डिफरेंस ज़्यादा होता है डिमांड है वो बहुत ज़्यादा अफेक्ट ਹੁੰਦੀ ਹੈ ਜਿਹਦੇ ਕਰਕੇ ਆਪਾਂ ਆਪਟੀਮਮ ਕੈਪੈਸਿਟੀ ਤੋਂ ਘੱਟ ਕੈਪੈਸਿਟੀ ਪ੍ਰੋਡਿਊਸ ਕਰ ਸਕਦੇ ਹਾਂ। ਲੇਕਿਨ ਜਿਹੜੀ ਆਪਣੀ ਪਰਫੈਕਟ ਕੰਪੀਟੀਸ਼ਨ ਹੈ ਉਹਦੇ ਵਿੱਚ ਵੀ ਆਪਾਂ ਆਪਟੀਮਮ ਕੈਪੈਸਿਟੀ ਤੱਕ ਲੈ ਕੇ ਜਾ ਸਕਦੇ ਹਾਂ ਐਂਡ ਮੋਨੋਪੋਲੀ ਦੀ ਤਾਂ ਪਤਾ ਹੀ ਹੈ ਕਿ ਆਪਾਂ ਆਪਟੀਮਮ ਕੈਪੈਸਿਟੀ ਤੱਕ ਹੀ ਪ੍ਰੋਡਿਊਸ ਕਰਾਂਗੇ। ਨੈਕਸਟ ਇਜ਼ ਅ ਸਪਲਾਈ ਕਰਵ। ਇਹ ਜਿਹੜੀਆਂ ਤਿੰਨੇ ਮਾਰਕੀਟ ਫਰਮਸ ਨੇ ਇਹਨਾਂ ਦਾ ਸਪਲਾਈ ਤੇ ਕੰਟਰੋਲ ਕਿੰਨਾ ਹੈ ਕਿੰਨਾ ਨਹੀਂ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਸਪਲਾਈ ਕਰਵ ਹੈ वो मोस्टली प्राइस से डिपेंड करती होंगी है प्रॉफिट या लॉस से डिपेंड करती होंगी है। ठीक है। तो सप्लाई ते जो प्राइस है अपनी एक इंडस्ट्री फिक्स करती है तो डिमांड के अकॉर्डिंग ही सप्लाई जो है सैट की जाएगी। मोनोपली के सप्लाई से पूरा कंट्रोल होता है। ठीक है। क्योंकि अगर तो डिमांड इंक्रीज हो रही तो सप्लाई इंक्रीज होएगी। अगर सेंटर भी हो सकते हैं पुरानी फॉर्म छड्ड के भी जा सकते हैं तो सप्लाई परफेक्ट कंपटीशन ते मोनोपोलिस्टिक कंपटीशन दे विच एकदम इंक्रीज भी हो सकती है ते डिक्रीज भी हो सकती है जिन्हां ते प्राइस ते बहुत ज़्यादा की पैंदा है अफेक्ट करता है। प्राइस डिस्टर्ब हुंदा डिमांड बहुत ज़्यादा डिस्टर्ब हुंदी है। ते उस तो बाद है थ्योरी ऑफ एक्सेस कैपेसिटी अंडर मोनोपोलिस्टिक कंपटीशन। थ्योरी ऑफ एक्सेस कैपेसिटी जो मोनोपोलिस्टिक कंपटीशन है कि एक्सेस कैपेसिटी हो सकती है। आउटपुट कर सकते हैं इतने इक्विलिब्रियम आउटपुट एंड इक्विलिब्रियम प्राइस दिखाया है क्योंकि इक्विलिब्रियम आउटपुट के प्राइस आप उत्थे ही फिक्स करते हैं जिथे अपना LMC लॉन्ग रन मार्जिनल कॉस्ट लॉन्ग रन एवरेज कॉस्ट की होंगे ने इक्वल होंगे ने किदे AR ते MR ते जिवें कि तुसीं इत्थे देख सकते हो AR ते MR कर्व दिस इज अ परफेक्ट कंपटीशन दी कर्व्स ने दिस इज अ परफेक्ट कंपटीशन this is not a monopolistic competition access capacity under perfect competition दिखाया है। perfect competition ਦੇ ਵਿੱਚ access capacity दिखाई हुई है तो there is no access capacity ਇੱਥੇ ਕਹਿੰਦੇ optimum capacity दिखाई हुई है ਜਿੱਥੇ ਤੱਕ ਆਪਾਂ ਆਪਣੀ production rate increase ਕਰ ਸਕਦੇ ਹਾਂ
long run marginal cost curve, long run average cost curve, AR average revenue ਤੇ perfect competition ਦੇ ਵਿੱਚ ਹਮੇਸ਼ਾ ਹੀ ਜਿਹੜੀ ਆਪਣੀ AR MR curve ਹੈ ਪ੍ਰਾਈਸ ਹੈ ਉਹ ਕਿਉਂਕਿ ਐਕਸ ਐਕਸਿਸ ਦੇ ਪੈਰਲਲ ਹੁੰਦੀ ਹੈ ਪ੍ਰਾਈਸ OP ਫਿਕਸ ਕੀਤੀ ਗਈ ਹੈ ਤੇ ਕੁਆਂਟੀਟੀ OQ ਫਿਕਸ ਕੀਤੀ ਗਈ ਹੈ ਕਿਉਂਕਿ ਜਿਹੜੀ LMC curve ਹੈ ਉਹ LMR curve ਨੂੰ ਨੀਚੇ ਤੋਂ ਕੱਟ ਕਰੀ ਹੈ E ਪੁਆਇੰਟ ਤੇ LAC ਵੀ AR ਦੇ ਕੀ ਹੈ ਇਕੁਅਲ ਹੈ ਹਰ ਇੱਕ ਫਰਮ ਇੱਥੇ ਤੱਕ ਹੀ ਆਪਣੀ ਪ੍ਰੋਡਕਸ਼ਨ ਨੂੰ ਪ੍ਰੋਡਿਊਸ ਕਰੇਗੀ ਉਹ ਇਸ ਤੋਂ ਜ਼ਿਆਦਾ रेवेन्यू उस तो बाद अपना मोनोपोलिस्टिक कंपटीशन ਦੇ ਵਿੱਚ ਐਕਸੈਸ ਕਿ ਮੈਂ ਇੰਨੀਆਂ ਗੁੱਡਸ ਨੂੰ ਪ੍ਰੋਡਿਊਸ ਕਰ ਸਕਦਾ ਹੈ ਦਿਸ ਇਜ਼ ਦਾ ਆਪਟੀਮਮ ਕੈਪੈਸਿਟੀ ਲੇਕਿਨ ਐਕਚੁਅਲ ਕੈਪੈਸਿਟੀ ਐਕਚੁਅਲ ਦੇ ਵਿੱਚ ਜੋ ਆਪਾਂ ਗੁੱਡਸ ਦੀ ਪ੍ਰੋਡਕਸ਼ਨ ਕਰਦੇ ਹਾਂ ਜੋ ਹੋ ਰਹੀ ਹੈ ਪ੍ਰੈਜ਼ੈਂਟ ਟਾਈਮ ਦੇ ਵਿੱਚ ਤਾਂ ਜੋ ਵੀ ਇਹਨਾਂ ਦਾ ਡਿਫਰੈਂਸ ਹੁੰਦਾ that is ਐਕਸੈਸ ਕੈਪੈਸਿਟੀ ਤਾਂ मोनोपोलिस्टिक कंपटीशन ਦੇ ਵਿੱਚ ਐਕਸੈਸ ਕੈਪੈਸਿਟੀ ਜੋ ਆਪਾਂ ਪ੍ਰੋਡਿਊਸ ਨਹੀਂ ਕਰਦੇ ਠੀਕ ਹੈ ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਐਕਸੈਸ ਕੈਪੈਸਿਟੀ ਜਿਹੜੀ ਹੈ ਜਿਹੜੀ ਆਪਣੀ MR curve ਹੈ this is the marginal revenue curve ਜੋ left to right downward ਹੈ ਤੇ D curve ਕੀ ਹੈ ਸਾਡੀ ਜੋ demand curve ਹੈ average revenue curve ਹੈ the long run marginal cost curve long run marginal revenue curve ਨੂੰ ਕੱਟਦੀ ਜਾਏਗੀ E point ਤੇ ਕੱਟ ਕਰੇਗੀ MCMR ਨੂੰ this is the equilibrium point ਜਿੱਥੇ ਆਪਾਂ ਨੇ ਇਕੁਇਲਿਬ੍ਰੀਅਮ ਜਿਹੜੀ ਹੈ ਸਭ ਤੋਂ ਪਹਿਲਾਂ ऑप्टिमम कैपेसिटी कितनी अपनी ऑप्टिमम कैपेसिटी है कि आप कितनी प्रोडक्शन कर सकते हैं ऑप्टिमम कैपेसिटी है OQ इज अ ऑप्टिमम कैपेसिटी कि आप इतनी प्रोडक्शन कर सकते हैं जिथे LMC इक्वल टू की है LMR है ठीक है एंड LAC AR दे इक्वल है इस तक आप प्रोडक्शन कर सकते हैं लेकिन आप एक्चुअल दे विच प्रोडक्ट रेवेन्यू दे जिथे इक्वल जा रही है एक्चुअल दे विच ਅਸੀਂ Q1 प्रोडक्शन कर रहे हैं Q1 प्रोडक्शन क्यों कर रहे हैं क्योंकि जी एवरेज कॉस्ट कर्व है वो एवरेज रेवेन्यू कर्व को A1 तो टच करती हुई E पॉइंट तक करा रही है ਤਾਂ A1 पॉइंट ਨੂੰ ਇੱਥੇ ਕੀ ਮੰਨਿਆ ਜਾਏਗਾ ਇਕੁਇਲਿਬ੍ਰੀਅਮ ਪੁਆਇੰਟ ਮੰਨਿਆ ਜਾਏਗਾ ਕਿ ਇੱਥੇ ਇੱਕ ਫਰਮ ਕਿਹਦੇ ਵਿੱਚ ਆ ਇਕੁਇਲਿਬ੍ਰੀਅਮ ਦੇ ਵਿੱਚ ਆ ਮੀਨਸ ਇੱਥੋਂ ਤੱਕ ਹੀ ਪ੍ਰੋਡਕਸ਼ਨ ਕਰੇਗੀ ਲੇਕਿਨ A1 ਤੋਂ E ਤੱਕ ਇਕੁਇਲਿਬ੍ਰੀਅਮ ਤੇ ਜਾ ਰਹੀ ਹੈ ऑप्टिमम प्रोडक्शन भी प्रोडक्शन ਨੂੰ ਵਧਾ ਸਕਦੇ ਜਿਸ ਤੱਕ ਇਕੁਇਲਿਬ੍ਰੀਅਮ ਦੇ ਵਿੱਚ ਆ ਉਹ Q ਪੁਆਇੰਟ ਤੱਕ ਵਧਾ ਸਕਦੇ ਆ ਲੇਕਿਨ ਐਕਚੁਅਲ ਵਿੱਚ ਇਕੁਇਲਿਬ੍ਰੀਅਮ ਪੋਜੀਸ਼ਨ ਸਟਾਰਟ ਕਿੱਥੋਂ ਹੋ ਰਹੀ ਹੈ Q1 ਤੋਂ ਹੋ ਰਹੀ ਹੈ ਤਾਂ ਐਕਚੁਅਲ ਦੇ ਵਿੱਚ ਆਪਾਂ ਪ੍ਰੋਡਿਊਸ ਕਿੰਨਾ ਕਰ ਰਹੇ ਹਾਂ Q1 ਪ੍ਰੋਡਿਊਸ ਕਰ ਰਹੇ ਹਾਂ ਦਿਸ ਇਜ਼ ਦਾ ਐਕਚੁਅਲ ਪ੍ਰੋਡਕਸ਼ਨ ਐਂਡ ऑप्टिमम प्रोडक्शन किथों तक प्रोड्यूस कर सकते हैं ਆਪਾਂ ਉਹ Q तक प्रोड्यूस कर सकते हैं ਤਾਂ ਐਕਸੈਸ ਕੈਪੈਸਿਟੀ ਕਿੰਨੀ ਹੋਈ ਵਾਧੂ ਪ੍ਰੋਡਿਊਸ ਕਰਨ ਦੀ ਕੈਪੈਸਿਟੀ ਸਾਡੀ ਕਿੰਨੀ ਹੋਈ OQ minus OQ1 ਤਾਂ ਜੋ ਸਾਡੇ ਕੋਲ ਰਹਿ ਗਿਆ QQ1 this is a excess capacity जो एक फर्म प्रोड्यूस कर सकती है अपनी प्रोडक्शन ਨੂੰ इंक्रीज कर ऑप्टिमम कैपेसिटी ਨੂੰ यूज कर सकते हैं इक्विलिब्रियम पोजीशन एंड A1 is also इक्विलिब्रियम पोजीशन जो एक्चुअल प्रोडक्शन जिथे साडी हो रही है ठीक है लेकिन ऑप्टिमम प्रोडक्शन साडे LMC LAC A1 ਤੇ ਵੀ ਜੋ है अपनी LAC AR ਤੇ MR किने इक्वल this is a excess capacity in monopolistic इस लेक्चर ਦੇ ਵਿੱਚ ਸਭ ਤੋਂ ਬਾਅਦ ਦੇਖ ਸਕਦੇ ਹੋ concept of features of monopolistic competition ਕੀ ਹੁੰਦਾ ਸੀ ਜਿਹਦੇ ਵਿੱਚ large number of sellers and buyers ਹੁੰਦੇ ਸੀ product difference ਹੁੰਦਾ name and brand ਦੇ name ਤੇ ਠੀਕ ਹੈ free entry and register कोई भी फर्म एंटर हो सकती है तो पुरानी फर्म छੱਡ के जा सकती है इस ते मेन जो है फीचर की है सेलिंग कॉस्ट इस ते सानू सेलिंग कॉस्ट पे करनी पैंदी है क्योंकि प्रोडक्ट डिफरेंट ने प्रोडक्ट डिफरेंट ने कस्टमर ਨੂੰ अगर साडे प्रोडक्ट बारे प्रॉपर नॉलेज होगी कितना प्रोडक्ट भी मार्केट ਨੂੰ बाय करेगा तदे ਜਿਹੜੀ ਸਾਡੀ प्रोडक्ट है इंक्रीज हो जाएगी ਤੇ ਇਹਦੇ ਵਿੱਚ ਕੀ ਹੁੰਦੀ ਹੈ ਐਬਸੈਂਸ ਆਫ ਇੰਟਰਡਿਪੈਂਡੈਂਸ ਹਰ ਇੱਕ प्रोडक्ट हर एक फर्म दूसरे ਤੇ इंटरडिपेंड नहीं ਹੁੰਦੀ ਫ੍ਰੀਲੀ ਹੈ ਉਹਨਾਂ ਤੋਂ टू डायमेंशनल कंपटीशन ਹੁੰਦਾ ਹੈ ਆ ਗਰੁੱਪ ਆਫ ਫਰਮਸ ਮਿਲ ਕੇ ਇੱਕ ਗਰੁੱਪ ਬਣਾਉਂਦਾ ਹੈ डिमांड कर्व ਜਿਹੜੀ ਫਾਲੋਇੰਗ ਹੁੰਦੀ ਆ AR MR कर्व ਕੀ ਹੋਏਗੀ ਲੈਫਟ ਰਾਈਟ ਡਾਊਨਵਰਡ ਹੋਏਗੀ ਤੇ ਲੈਕ ਆਫ ਪਰਫੈਕਟ ਨੌਲੇਜ ਦੇ ਕਸਟਮਰਸ ਨੂੰ डिमांड के अंदर कर्व अंडर मोनोपोलिस्टिक कंपटीशन लेफ्ट राइट डाउनवर्ड ठीक है मोर इलास्टिक फ्रॉम मोनोपोली कर्व ਤੇ ਇਹਦੇ ਵਿੱਚ ਤੁਸੀਂ ਦੇਖਣਾ ਕਿ ਜੋ ਵੀ ਹੈ ਡਿਮਾਂਡ ਤੇ ਇਫੈਕਟ ਪਏਗਾ ਜਦੋਂ ਆਪਾਂ ਪ੍ਰਾਈਸ ਨੂੰ ਜ਼ਿਆਦਾ ਇੰਕਰੀਜ਼ ਡਿਕਰੀਜ਼ ਕਰਾਂਗੇ ਠੀਕ ਹੈ ਤਾਂ ਡਿਮਾਂਡ ਘਟੇਗੀ ਵਧੇਗੀ ਜ਼ਿਆਦਾ ਕਿਉਂਕਿ ਕਲੋਜ਼ ਸਬਸਟੀਟਿਊਸ਼ਨਸ ਨੇ ਪ੍ਰੋਡਕਟ ਤੇ मोनोपोलिस्टिक कंपटीशन ਤੇ मोनोपोली ਦੇ ਵਿੱਚ ਡਿਮਾਂਡ ਕਰਵ ਕੀਆ ਲੈਸ ਇਲਾਸਟਿਕ ਆ ਲੇਕਿਨ मोनोपोलिस्टिक कंपटीशन ਦੇ ਵਿੱਚ ਮੋਰ ਇਲਾਸਟਿਕ ਆ
ਇਕੁਇਲਿਬਰੀਅਮ ਕਿੱਥੇ ਹੋਏਗਾ? ਸ਼ਾਰਟ ਰਨ ਦੇ ਵਿੱਚ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਇੱਕ ਫਰਮ ਨੂੰ ਸੁਪਰ ਨॉर्मल प्रॉफिट एंड लॉस ਤਿੰਨੇ ਹੋ ਸਕਦੇ ਨੇ। ਐਂਡ ਉਸ ਤੋਂ ਬਾਅਦ ਜੋ ਹੈ ਲੌਂਗ ਰਨ ਦੇ ਵਿੱਚ ਓਨਲੀ ਫਰਮ ਹੈ ਜੋ ਕੀ ਕਰੇਗੀ? ਨॉर्मल प्रॉफिट ਗੇਨ ਕਰੇਗੀ। ਐਂਡ ਅ ਗਰੁੱਪ ਇਕੁਇਲਿਬਰੀਅਮ ਅ ਫਰਮ ਆਫ ਜਿਹੜੀਆਂ ਗਰੁੱਪ ਆਫ ਫਰਮਸ ਮਿਲ ਕੇ ਕੀ ਬਣਾਉਂਦੀਆਂ ਨੇ? ਇੱਕ ਗਰੁੱਪ ਬਣਾਉਂਦੀਆਂ ਨੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ। ਗਰੁੱਪ ਇਕੁਇਲਿਬਰੀਅਮ ਦੇ ਵਿੱਚ नॉर्मल प्रॉफिट गेन करेगी एंड लॉन्ग रन ਦੇ ਵਿੱਚ ਹਮੇਸ਼ਾ ਹੀ नॉर्मल प्रॉफिट गेन करेगी क्योंकि फ्री एंट्री एंड एडजस्टिंग है। कोई भी न्यू फॉर्म एंटर हो सकती है लॉन्ग रन ਦੇ ਵਿੱਚ ਤੇ ਪੁਰਾਣੀ ਫॉर्म ਮਾਰਕੀਟ ਨੂੰ ਛੱਡ ਕੇ ਜਾ ਸਕਦੀ ਹੈ। ਤੇ ਸੈਲਿੰਗ ਕਾਸਟ ਤੇ ਕੰਸੈਪਟ ਵਿੱਚ ਸੈਲਿੰਗ ਕਾਸਟ ਕੀ ਹੁੰਦੀ ਹੈ? ਆਫਟਰ ਪ੍ਰੋਡਕਸ਼ਨ ਜੋ ਵੀ ਸਾਡੀ ਕਾਸਟ ਆਫ ਦੈਟ ਇਜ਼ ਸੈਲਿੰਗ ਕਾਸਟ। ਠੀਕ ਹੈ, ਜਿਵੇਂ ਕਿ ਐਡਵਰਟਾਈਜ਼ਮੈਂਟ ਕਾਸਟ ਹੋ ਗਈ। ਐਡਵਰਟਾਈਜ਼ਮੈਂਟ ਦੇ ਥਰੂ ਆਪਣੇ ਕਸਟਮਰਸ ਨੂੰ ਮੋਟੀਵੇਟ ਕਰਨਾ ਤੇ ਪ੍ਰੋਡਕਟਸ ਦੀ ਨੌਲੇਜ ਦੇਖਣਾ, ਨਿਊ ਪ੍ਰੋਡਕਟ ਨੂੰ ਲਾਂਚ ਕਰਨਾ। ਤੇ ਜਿਵੇਂ ਹੀ ਐਵਰੇਜ ਆਪਣੀ ਸੈਲਿੰਗ ਕਾਸਟ ਇਨਕਰੀਜ਼ ਹੋਏਗੀ, ਡਿਮਾਂਡ ਇਨਕਰੀਜ਼ ਹੋਏਗੀ ਤੇ ਉਸੇ ਤਰ੍ਹਾਂ ਰੈਵਨਿਊ ਵੀ ਇਨਕਰੀਜ਼ ਹੋਏਗਾ, ਆਪਣਾ ਪ੍ਰੋਫਿਟ ਵੀ ਕੀ ਹੋਏਗਾ? ਇਨਕਰੀਜ਼। डिफरेंस बिटवीन मोनोपोली एंड मोनोपोलिस्टिक एंड परफेक्ट स्ट्रक्चरल डिफरेंस, स्ट्रक्चर्स के बेस पे बिहेवियर डिफरेंस, लार्ज नंबर ऑफ बायर्स, वन सिंगल्स जो है अपना फर्म एंड फ्यू फर्म्स। ਤੇ ਉਸ ਤੋਂ ਬਾਅਦ ਸਪਲਾਈ ਕਰਵਸ ਕਹਿੰਦੇ ਮੋਨੋਪੋਲੀ ਦੇ ਵਿੱਚ ਆਪਣੇ ਤੇ ਸਪਲਾਈ ਕਰਵਸ ਤੇ ਫੁੱਲ ਕੰਟਰੋਲ ਹੋਏਗਾ। ਤੇ ਐਕਸੈਸ ਕੈਪੈਸਿਟੀ ਇਜ਼ ਅ ਡਿਫਰੈਂਸ ਬਿਟਵੀਨ एक्चुअल कैपेसिटी एंड ऑप्टिमम कैपेसिटी। एक्चुअल प्रोडक्शन जो आप कर रहे हैं इक्विलिब्रियम पॉइंट पे एंड ऑप्टिमम प्रोडक्शन जो आप कर सकते हैं जिवें कि इस डायग्राम के विच Q1 तो Q तक जो है अपना दिस इज अ एक्सेस कैपेसिटी। जेड़ा अपना आज वाला टॉपिक है